ਜਿਹੜੇ ਯੰਗ ਬੱਚੇ ਨੇ ਸਪੈਸ਼ਲੀ ਜਿਹੜੇ ਇੰਡੀਆ ਤੋਂ ਸਟੂਡੈਂਟ ਕਲਾਸ ਦੇ ਵਿੱਚ ਆਉਂਦੇ ਨੇ ਇੱਥੇ ਆ ਕੇ ਹੁਣ ਅਕਸਰ ਕਮਿਊਨਿਟੀ 'ਚ ਸੁਣਨ ਨੂੰ ਮਿਲਦਾ ਹੈ ਕਿ ਕਾਫੀ ਬੱਚਿਆਂ ਦੀ ਡੈਥ ਹੋ ਰਹੀ ਹੈ। ਉਹ ਸਿੰਪਲ ਟਰਮ ਦੇ ਵਿੱਚ ਉਹਨੂੰ ਜਿਵੇਂ ਹਾਰਟ ਨੂੰ ਰੁਕ ਜਾਣਾ ਜਾਂ ਉਹਨੂੰ ਹਾਰਟ ਅਟੈਕ ਕਹਿ ਦਿੱਤਾ ਜਾਂਦਾ। ਲੇਕਿਨ ਜਿਹੜੇ ਲੋਕ ਲੈਂਦੇ ਆ ਅਫਕੋਰਸ ਉਹਨਾਂ ਦੇ ਹਾਰਟ 'ਤੇ ਇਫੈਕਟ ਹੁੰਦੇ ਆ, ਉਹਦੇ ਵਿੱਚ ਹਾਰਟ ਅਟੈਕ ਵੀ ਉਹਨਾਂ ਨੂੰ ਹੁੰਦਾ ਹੈ। ਡਾਕਟਰ ਸਾਹਿਬ ਚਿੰਤਾ 'ਚ ਤਾਂ ਸਮਾਨ ਹੈ, ਐਵੇਂ ਨਹੀਂ ਕਹਿੰਦੇ। ਸਟਰੈਸ ਲੈਵਲ ਤਾਂ ਸਾਰਿਆਂ ਦੇ ਹੀ ਵਧੇ ਪਏ ਆ, ਅਤੇ ਸਟਰੈਸ ਦੇ ਕਰਕੇ ਕੀ ਰਿਸਕ ਜਿਹੜਾ ਹੈ ਉਹ ਹਾਰਟ ਅਟੈਕ ਦਾ ਵੱਧ ਜਾਂਦਾ ਹੈ? ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਯੰਗ ਲੋਕਾਂ ਦੇ ਵਿੱਚ ਵੀ ਜਦੋਂ ਆਪਾਂ ਹਾਰਟ ਅਟੈਕ ਦੀ ਗੱਲ ਕਰਦੇ ਹਾਂ ਉਹ ਹੁੰਦਾ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੁੱਡ ਆਫਟਰਨੂਨ। ਥੈਂਕ ਯੂ ਗੁਰਪ੍ਰੀਤ, ਮੈਨੂੰ ਦੁਬਾਰਾ ਫਿਰ ਮੌਕਾ ਦੇਣ ਦਾ ਰੈਡ FM 'ਤੇ ਆਉਣ ਦਾ। ਚੰਗਾ ਲੱਗਦਾ ਹੈ ਕਿ ਹੁਣ ਆਈ ਥਿੰਕ ਆਪਾਂ ਪਹਿਲਾਂ 2-3 ਵਾਰ ਕੋਵਿਡ ਦੇ ਨਾਲ ਰਿਲੇਟਡ ਗੱਲਾਂ ਕੀਤੀਆਂ ਸੀ, COVID-19 ਦੇ ਨਾਲ। ਅਤੇ ਥੈਂਕ ਯੂ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਪਫੁਲੀ ਉਮੀਦ ਕਰਦਾ ਕਿ ਕੋਈ ਚੰਗੀ ਆਪਾਂ ਕੋਈ ਗੱਲਾਂ ਡਿਸਕਸ ਕਰੀਏ ਕਿ ਜਿਸ ਨਾਲ ਆਪਣੇ ਲੋਕਾਂ ਦਾ ਕੋਈ ਫਾਇਦਾ ਹੋ ਸਕੇ। ਥੈਂਕ ਯੂ। 1 in 12 ਕਨੇਡੀਅਨਸ ਉਹਨਾਂ ਨੂੰ ਕੋਰੋਨਰੀ ਆਰਟਰੀ ਡਿਜ਼ੀਜ਼ ਹੋ ਜਾਂਦੀ ਹੈ, ਜਿਹੜੀ ਕਿ ਲੀਡ ਕਰਦੀ ਹੈ ਹਾਰਟ ਅਟੈਕ ਨੂੰ। ਇਹ ਡੇਟਾ ਥੋੜ੍ਹਾ ਜਿਹਾ ਪੁਰਾਣਾ ਆ, ਪਰ ਗੱਲ ਇਹ ਹੈ ਕਿ 2018 ਦੇ ਮੁਤਾਬਕ ਇਹ 1 in 12 ਕਨੇਡੀਅਨਸ, ਹੋ ਸਕਦਾ ਹੁਣ ਵੱਧ ਵੀ ਗਿਆ ਹੋਵੇ, ਪਰ ਇਹ ਡਿਜ਼ੀਜ਼ਜ਼ ਜਿਹੜੀਆਂ ਵੈਨ ਇਟ ਕਮਸ ਟੂ ਕੋਰੋਨਰੀ ਆਰਟਰੀ ਡਿਜ਼ੀਜ਼ ਜਾਂ ਹਾਰਟ ਡਿਜ਼ੀਜ਼, ਹਾਰਟ ਅਟੈਕ, ਇਹ ਕਿਹੜੀ ਪੋਪੂਲੇਸ਼ਨ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਆਪਣੇ ਕਨੇਡੀਅਨ ਡਾਇਸਪੋਰਾ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ ਆ? ਦੇਖੋ, ਜੇ ਤੁਸੀਂ ਹਿਸਟੋਰੀਕਲ ਚੀਜ਼ਾਂ ਦੇਖੀਏ ਕਿ ਟਾਈਮ ਨਾਲ ਪੁਰਾਣੇ ਡਾਟਾ ਦੇਖੀਏ, ਆਲਮੋਸਟ ਸਪੈਸ਼ਲੀ ਮੈਨ ਦੇ ਵਿੱਚ ਆਲਮੋਸਟ 50% ਲੋਕਾਂ ਨੂੰ ਕਿਸੇ ਨਾ ਕਿਸੇ ਉਮਰ ਦੀ ਸਟੇਜ ਦੇ ਵਿੱਚ ਇਸ ਡਿਜ਼ੀਜ਼ ਨਾਲ ਡਾਇਗਨੋਸਿਸ ਹੋਏਗਾ। ਮੈਨ ਵਿੱਚ ਜ਼ਿਆਦਾ ਹੁੰਦੀ ਹੈ ਵੂਮੈਨ ਨਾਲੋਂ ਇੱਕ ਏਜ ਤੱਕ, ਪਰ ਇੱਕ ਏਜ ਤੋਂ ਬਾਅਦ ਆਲਮੋਸਟ ਇਕੁਅਲ ਹੋ ਜਾਂਦੀ ਹੈ। ਔਰ ਆਪਣੇ ਕਲਚਰ ਦੇ ਲੋਕ ਜਿਵੇਂ ਈਸਟ ਇੰਡੀਅਨ ਲੋਕ ਆਪਾਂ ਆਪਣੇ ਆਪ ਨੂੰ ਜਿਵੇਂ ਕਹਿੰਦੇ ਹਾਂ ਕਿ ਉਹ ਤਾਂ ਇੱਕ ਫੈਕਟ ਹੈਗਾ ਕਿ ਅਸੀਂ ਇਸ ਬਿਮਾਰੀ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਾਂ ਵਰਸਿਸ ਜਿਹੜੇ ਕਿ ਮੇਨ ਸਟਰੀਮ ਵਾਈਟ ਪਾਪੂਲੇਸ਼ਨ ਦੇ ਕੰਪੈਰੇਟਿਵਲੀ। ਪਰ ਹਾਂ, ਇਸ ਚੀਜ਼ ਦਾ ਇਹ ਕਿ ਇਹ ਬਿਮਾਰੀ ਸਭ 'ਚ ਹੀ ਜ਼ਿਆਦਾ ਹੈ, ਸਾਰੇ ਇਨਸਾਨਾਂ 'ਚ ਜ਼ਿਆਦਾ ਹੈ, ਪਰ ਜਿਹੜੇ ਈਸਟ ਏਸ਼ੀਅਨਸ ਇੰਡੀਅਨਸ ਨੇ ਉਹਨਾਂ ਦੀ ਕੰਪੈਰੇਟਿਵਲੀ ਵੀ ਜ਼ਿਆਦਾ ਹੈ। ਆਪਣੀ ਕਮਿਊਨਿਟੀ ਵਿੱਚ ਘਿਓ, ਮੱਖਣ, ਇਹ ਮਲਾਈਆਂ ਖਾਣ ਦੀ ਆਦਤ ਜਿਹੜੀ ਹੈ ਕਿ ਉਹ ਹਾਰਟ ਅਟੈਕ ਨੂੰ ਲੀਡ ਕਰਦੀ ਹੈ? ਦੇਖੋ, ਇਹ ਇੱਕ ਫੈਕਟਰ ਨੂੰ ਪੁਆਇੰਟ ਆਊਟ ਕਰਨਾ ਸਾਇੰਸ ਲਈ ਡਿਫਿਕਲਟ ਹੈ। ਇੱਕ ਕੋਮੂਲੇਟਿਵ ਫੈਕਟਰਸ ਹੁੰਦੇ ਆ ਕਿ ਮਲਟੀਪਲ ਫੈਕਟਰਸ ਇਸ ਡਿਜ਼ੀਜ਼ ਨੂੰ ਦਾ ਕਾਰਨ ਬਣਦੇ ਨੇ। ਉਹਦੇ ਵਿੱਚ ਤੁਹਾਡੇ ਡਾਇਟਰੀ ਫੈਕਟਰਸ ਵੀ ਹੈਗੇ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਸੈਚੂਰੇਟਡ ਫੈਟ, ਟਰਾਂਸ ਫੈਟ ਵਰਸਿਸ ਅਨਸੈਚੂਰੇਟਡ ਫੈਟ, ਜਿਹੜਾ ਕਿ ਰਿਲੇਟਿਵਲੀ ਬੈਟਰ ਹੈਗਾ ਸੈਚੂਰੇਟਡ ਫੈਟ ਨਾਲੋਂ। ਔਰ ਹੋਰ ਡਾਇਟਰੀ ਹੈਬਿਟਸ ਹੈਗੀਆਂ, ਜਿਵੇਂ ਕਿ ਚੰਗੀਆਂ ਡਾਇਟਰੀ ਹੈਬਿਟਸ ਹੈ, ਵੈਜੀਟੇਬਲਸ ਹੋਏ, ਫਰੂਟਸ ਹੋਏ, ਔਰ ਤੁਹਾਡਾ ਬੋਡੀ ਦਾ ਵੇਟ ਮੇਨਟੇਨ ਕਰਨਾ, ਡਾਇਬੀਟਿਸ ਨਹੀਂ ਹੋਣਾ ਵਰਸਿਸ ਡਾਇਬੀਟਿਸ ਹੋਣਾ, ਹਾਈ ਬਲੱਡ ਪ੍ਰੈਸ਼ਰ ਹੋਣਾ ਵਰਸਿਸ ਨਹੀਂ ਹੋਣਾ। ਸਮੋਕਿੰਗ ਰਿਸਕ ਫੈਕਟਰ ਹੈ, ਜ਼ਿਆਦਾ ਬੈਠਣਾ ਆਪਣੇ ਆਪ 'ਚ ਵਿੱਚ ਵੀ ਰਿਸਕ ਫੈਕਟਰ ਹੈਗਾ ਹਾਰਟ ਡਿਜ਼ੀਜ਼ ਲਈ। ਔਰ ਨਵੇਂ ਰਿਸਕ ਫੈਕਟਰਸ ਦੇ ਵਿੱਚ ਜਿਵੇਂ ਕਿ ਆਟੋਇਮਿਊਨ ਕੰਡੀਸ਼ਨਸ, ਬਹੁਤੇ ਲੋਕਾਂ ਨੂੰ ਜਿਵੇਂ ਕਿ ਇਨਫਲੇਮੇਟਰੀ ਕੰਡੀਸ਼ਨਸ ਹੁੰਦੀਆਂ, ਜਿਵੇਂ ਰੂਮੇਟੋਇਡ ਆਰਥਰਾਈਟਿਸ ਹੋ ਗਿਆ, ਉਹ ਵੀ ਰਿਸਕ ਫੈਕਟਰ ਹੈਗਾ। ਸੋ ਇਹ ਮਲਟੀਪਲ ਫੈਕਟਰਸ ਹੈਗੇ ਆ ਜਿਹੜੇ ਕਿ ਇਸ ਡਿਜ਼ੀਜ਼ ਨੂੰ ਲੀਡ ਕਰਦੇ ਨੇ। ਔਰ ਅਫਕੋਰਸ ਫੈਮਿਲੀ ਹਿਸਟਰੀ ਵੀ ਇੰਪੋਰਟੈਂਟ ਹੈ ਕਿ ਤੁਹਾਡੀ ਫੈਮਿਲੀ ਦੇ ਵਿੱਚ ਕਿੰਨੀ ਏਜ ਦੇ ਵਿੱਚ ਕਿਸੇ ਨੂੰ ਜੇ ਪਹਿਲਾਂ ਹਾਰਟ ਡਿਜ਼ੀਜ਼ ਹੋਈ ਹੈ, ਸਪੈਸ਼ਲੀ ਜੇ ਮਲਟੀਪਲ ਫੈਮਿਲੀ ਮੈਂਬਰਸ ਨੂੰ ਹੋਈ ਹੈ, ਤਾਂ ਫਿਰ ਨੈਚੁਰਲੀ ਤੁਹਾਡਾ ਰਿਸਕ ਆਮ ਇਨਸਾਨ ਨਾਲੋਂ, ਕਿ ਜਿਸ ਇਨਸਾਨ ਦੇ ਵਿੱਚ ਉਹ ਰਿਸਕ ਫੈਕਟਰਸ ਨਹੀਂ ਹੈ, ਤਾਂ ਨੈਚੁਰਲੀ ਤੁਹਾਡਾ ਰਿਸਕ ਆਫ ਹਾਰਟ ਡਿਜ਼ੀਜ਼ ਜ਼ਿਆਦਾ ਹੈ। ਜੇਕਰ ਫੈਮਿਲੀ ਹਿਸਟਰੀ ਹੈ ਤਾਂ ਜੈਨੇਟਿਕਸ ਦੇ ਕਰਕੇ ਤੁਹਾਨੂੰ ਹਾਰਟ ਡਿਜ਼ੀਜ਼ ਹੋ ਸਕਦੀ ਹੈ? ਬਿਲਕੁਲ, ਯੈਸ। ਜਿੱਦਾਂ ਮੈਂ ਪਹਿਲਾਂ ਤੁਹਾਨੂੰ ਕਿਹਾ ਵੀ ਕਿ ਇੱਕ ਰਿਸਕ ਫੈਕਟਰ ਨਹੀਂ ਹੁੰਦਾ, ਮਲਟੀਪਲ ਕੋਮੂਲੇਟਿਵ ਰਿਸਕ ਫੈਕਟਰਸ ਹੁੰਦੇ ਨੇ। ਪਰ ਅਗਰ ਤੁਹਾਡੀ ਫੈਮਿਲੀ ਦੇ ਵਿੱਚ ਹਾਰਟ ਡਿਜ਼ੀਜ਼ ਹੈ ਔਰ ਯੰਗ ਲੋਕਾਂ ਦੇ ਵਿੱਚ, ਤੁਸੀਂ ਕਹਿੰਦੇ ਕਿ ਯੰਗ ਲੋਕਾਂ ਦੇ ਵਿੱਚ ਤੁਹਾਡੀ ਫੈਮਿਲੀ 'ਚ ਸਪੈਸ਼ਲੀ ਮੇਲਸ ਦੇ ਵਿੱਚ ਲੈਸ ਦੈਨ 55 ਏਜ ਤੋਂ ਪਹਿਲਾਂ, 55 ਈਅਰਸ ਆਫ ਏਜ ਤੋਂ ਪਹਿਲਾਂ ਹੋਈ ਹੈ, ਔਰ ਫੀਮੇਲ ਦੇ ਵਿੱਚ 65 ਤੋਂ ਪਹਿਲਾਂ, ਔਰ ਮਲਟੀਪਲ ਫੈਮਿਲੀ ਮੈਂਬਰਸ ਇਫੈਕਟ ਹੈਗੇ ਉਸ ਡਿਜ਼ੀਜ਼ ਨਾਲ, ਤਾਂ ਨੈਚੁਰਲੀ ਤੁਹਾਡਾ ਰਿਸਕ ਦੂਜੇ ਬੰਦੇ ਨਾਲੋਂ ਜਿਸ ਦੀ ਫੈਮਿਲੀ 'ਚ ਨਹੀਂ ਰਨ ਕਰਦੀ ਔਰ ਲੇਟਰ ਸਟੇਜ 'ਚ ਰਨ ਕਰਦੀ ਹੈ, ਤਾਂ ਨੈਚੁਰਲੀ ਤੁਹਾਡਾ ਰਿਸਕ ਜ਼ਿਆਦਾ ਹੈ। ਓਕੇ, ਸੋ ਵੈਨ ਇਟ ਕਮਸ ਟੂ ਕੋਰੋਨਰੀ ਆਰਟਰੀ ਡਿਜ਼ੀਜ਼, ਡਾਕਟਰ ਸਾਹਿਬ ਸਾਨੂੰ ਆਮ ਵਿਅਕਤੀਆਂ ਨੂੰ, ਲਿਸਨਰਸ ਨੂੰ ਕਿਵੇਂ
ਸਮਝਾਓਗੇ ਕਿ ਕੀ ਹੁੰਦਾ ਹੈ? ਕਿ ਸਿੰਪਲ ਭਾਸ਼ਾ ਦੇ ਵਿੱਚ ਗੁਰਪ੍ਰੀਤ ਕਿ ਜਿਹੜੀ ਆਪਾਂ ਟਰਮਨੋਲੋਜੀ ਯੂਜ਼ ਕਰਦੇ ਹਾਂ ਆਪਣੇ ਲੋਕਾਂ ਵਿੱਚ ਉਹ ਹੈ ਕਿ ਬਲੋਕੇਜ ਹੋ ਜਾਣਾ। ਠੀਕ ਹੈ, ਜਦੋਂ ਆਪਾਂ ਬਚਪਨ 'ਚ ਹੁੰਦੇ ਹਾਂ ਜਿਹੜੀਆਂ ਆਪਣੀਆਂ ਖੂਨ ਨੂੰ ਕੈਰੀ ਕਰਦੀਆਂ ਨਾੜੀਆਂ ਜਿਵੇਂ ਬਲੱਡ ਵੈਸਲਸ ਕਹਿੰਦੇ ਆ ਜਿਵੇਂ ਮੈਡੀਕਲ ਟਰਮੀਨਲ ਵਿੱਚ, ਉਹ ਬੜੀਆਂ ਕਲੀਨ ਹੁੰਦੀਆਂ ਨੇ। ਜਿਉਂ-ਜਿਉਂ ਆਪਣੀ ਉਮਰ ਵੱਧਦੀ ਹੈ ਟੀਨ ਈਅਰਸ ਤੋਂ ਹੀ ਇੰਟਰਸਟਿੰਗਲੀ ਇਹ ਸਾਰੇ ਫਿਨੋਮੀਨਨ ਸ਼ੁਰੂ ਹੋ ਜਾਂਦੇ ਆ ਬੇਸਡ ਔਨ ਤੁਹਾਡੇ ਰਿਸਕ ਫੈਕਟਰਸ, ਕਿੰਨੇ ਰਿਸਕ ਫੈਕਟਰਸ ਹੈਗੇ ਨੇ, ਤਾਂ ਉਹ ਤੁਹਾਡੀ ਪ੍ਰੋਸੈਸ ਜਿਹੜੀ ਬਲੋਕੇਜ ਦੀ ਹੈ ਤੇਜ਼ ਤੇ ਸਲੋ ਹੋ ਸਕਦੀ ਹੈ। ਜੇ ਮਲਟੀਪਲ ਰਿਸਕ ਫੈਕਟਰਸ ਨੇ, ਤੁਸੀਂ ਸਮੋਕਿੰਗ ਵੀ ਕਰਦੇ ਹੋ, ਭਾਰ ਵੀ ਜ਼ਿਆਦਾ ਹੈ ਔਰ ਸ਼ੂਗਰ ਵੀ ਹੈ ਤੁਹਾਨੂੰ, ਜੋ ਹੋਰ ਰਿਸਕ ਫੈਕਟਰਸ ਵੀ ਨੇ, ਤਾਂ ਉਹ ਬਲੋਕੇਜ ਦੀ ਪ੍ਰੋਸੈਸ ਕਿੰਨੀ ਤੇਜ਼ ਹੋ ਜਾਂਦੀ ਹੈ। ਔਰ ਬਲੋਕੇਜ ਇਕੱਲਾ ਹਾਰਟ ਦੀ ਬਲੱਡ ਵੈਸਲਸ ਦੇ ਵਿੱਚ ਨਹੀਂ ਹੁੰਦਾ, ਉਹ ਕਿਤੇ ਵੀ ਹੋ ਸਕਦਾ। ਉਹ ਜੇ ਤੁਸੀਂ ਉਹ ਬਲੋਕੇਜ ਤੁਹਾਡੇ ਮਤਲਬ ਗਰਦਨ ਦੀਆਂ ਨਾੜਾਂ ਵਿੱਚ ਹੈ ਜਿਹਨੂੰ ਅਸੀਂ ਕੈਰੋਟਿਡ ਆਰਟਰੀ ਕਹਿੰਦੇ, ਉੱਥੇ ਵੀ ਪਹਿਲਾਂ ਦਿਖ ਸਕਦਾ। ਉਹਦਾ ਸਾਈਡ ਇਫੈਕਟਸ ਨਹੀਂ, ਉਹਦੀ ਕੰਪਲੀਕੇਸ਼ਨ ਇਹ ਹੋ ਸਕਦੀ ਹੈ ਉਹਨਾਂ ਛੋਟਾ ਸਟ੍ਰੋਕ ਜਾਂ ਮਿਨੀ ਸਟ੍ਰੋਕ TIA ਵਗੈਰਾ ਹੋ ਸਕਦਾ ਹੈ, ਔਰ ਸਟ੍ਰੋਕ ਜਿਹਨੂੰ ਕਿ ਆਪਾਂ ਅਧਰੰਗ ਕਹਿੰਦੇ ਉਹ ਹੋ ਸਕਦਾ। ਔਰ ਫਿਰ ਜੇ ਹਾਰਟ ਦੇ ਨਾਲ ਰਿਲੇਟਡ ਹੈ ਤਾਂ ਹਾਰਟ ਦੀ ਡਿਜ਼ੀਜ਼ ਦੇ ਵਿੱਚ ਸਿੰਪਟਮ ਆ ਸਕਦੇ ਨੇ, ਜਿਵੇਂ ਕਿ ਟਿਪੀਕਲ ਅਸੀਂ ਐਨਜਾਈਨਾ ਕਹਿੰਦੇ ਕਿ ਜਿਹੜੀ ਚੈਸਟ ਪੇਨ ਜਦੋਂ ਤੁਰਦੇ ਫਿਰਦੇ ਹੋ, ਛਾਤੀ ਤੁਹਾਡੀ ਭਾਰੀ ਹੋ ਜਾਣਾ, ਜੋ ਤੁਸੀਂ ਰੁਕ ਜਾਂਦੇ ਹੋ ਛਾਤੀ ਦੀ ਟਾਈਟਨੈਸ ਖਤਮ ਹੋ ਜਾਣੀ, ਉਹਨੂੰ ਐਨਜਾਈਨਾ ਕਹਿੰਦੇ ਨੇ। ਉਹ ਸਿੰਪਟਮ ਹੋ ਸਕਦੇ ਨੇ। ਪਰ ਕਈ ਵੇਲੇ ਬਲੋਕੇਜ ਜਿਹੜਾ ਉਹ ਲੱਤਾਂ 'ਚ ਸ਼ੁਰੂ ਹੋ ਜਾਂਦਾ ਹੈ, ਅਤੇ ਸਭ ਤੋਂ ਪਹਿਲਾਂ ਲੱਤਾਂ 'ਚ ਮੈਨੀਫੈਸਟ ਹੋ ਸਕਦਾ। ਜਿਵੇਂ ਤੁਸੀਂ ਜ਼ਿਆਦਾ ਵਾਕ ਕਰਦੇ ਹੋ, ਤੁਹਾਡੇ ਲੱਤਾਂ ਦੀ ਜਿਹੜੇ ਪਿਛਲੇ ਆਈ ਥਿੰਕ ਉਹਨੂੰ ਪਿੰਨੀਆਂ ਕਹਿੰਦੇ, ਜਿਹੜੇ ਉਹ ਪਿਛਲੇ ਮਸਲਸ ਹੁੰਦੇ ਪਪਲੀਟਲ ਮਸਲਸ, ਉਹ ਟਾਈਟ ਹੋ ਜਾਂਦੇ ਆ। ਅਤੇ ਜਦੋਂ ਤੁਸੀਂ ਰੈਸਟ ਕਰਦੇ ਹੋ ਤਾਂ ਸਰਕੂਲੇਸ਼ਨ ਠੀਕ ਹੋ ਜਾਂਦੀ ਹੈ, ਤੁਹਾਡੀ ਦਰਦ ਚਲੇ ਜਾਂਦੀ ਹੈ। ਉਹ ਕਈ ਥਾਵਾਂ 'ਤੇ ਇਹ ਮੈਨੀਫੈਸਟ ਡਿਜ਼ੀਜ਼ ਹੋ ਸਕਦੀ ਹੈ। ਡਾਕਟਰ ਸਾਹਿਬ, ਇੱਕ ਤਾਂ ਟੈਕਸਟ ਮੈਸੇਜ ਆਇਆ ਜ਼ੀਨਤ ਉਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੇ ਸਪਾਊਸ ਜੋ ਕਿ ਲੇਟ 30s ਦੇ ਵਿੱਚ ਨੇ, ਮੇਲ, ਉਹ ਕਹਿੰਦੇ ਕਿ ਅੱਧੀ ਰਾਤ ਨੂੰ ਉੱਠ ਜਾਂਦੇ ਆ ਕਿ ਵੀ ਮੈਨੂੰ ਜਿੱਦਾਂ ਸਾਹ ਨਹੀਂ ਆ ਰਿਹਾ ਜਾਂ ਹਵਾ ਨਹੀਂ ਮਿਲ ਰਹੀ ਚੰਗੇ ਤਰੀਕੇ, ਜਿਵੇਂ ਸਫੋਕੇਟਡ ਫੀਲ ਕਰਦੇ ਆ, ਔਰ ਉਸ ਤੋਂ ਇਲਾਵਾ ਜਿਵੇਂ ਸਾਹ ਰੁਕ ਗਿਆ ਹੋਵੇ ਇੱਦਾਂ ਮਹਿਸੂਸ ਕਰਦੇ, ਪਰ ਧੜਕਣ ਜਿਹੜੀ ਆ ਉਹ ਨੋਰਮਲ ਰਹਿੰਦੀ ਹੈ। ਕਹਿੰਦੇ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕੋਲੈਸਟਰੋਲ ਲੈਵਲ ਜਿਹੜਾ ਉਹਨਾਂ ਦਾ ਬਾਰਡਰ ਹਾਈ ਹੈ, ECG ਬਿਲਕੁਲ ਠੀਕ ਆਈ ਹੈ, ਅਤੇ ਇਹ ਐਪੀਸੋਡ ਜਿਹੜਾ ਉਹਨਾਂ ਨੂੰ 4-5 ਵਾਰ ਹੋ ਚੁੱਕਿਆ ਪਿਛਲੇ 2 ਸਾਲਾਂ ਦੇ ਵਿੱਚ। ਕੁਝ ਫਿਕਰ ਵਾਲੀ ਗੱਲ ਹੈ? ਆਈ ਥਿੰਕ ਜੇ ਜੀਨਤ ਉਹਨਾਂ ਦਾ ਪਹਿਲਾ ਕੁਐਸਚਨ ਹੈ ਕਿ ਇਹ ਹਾਰਟ ਡਿਜ਼ੀਜ਼ ਨਾਲ ਰਿਲੇਟਡ ਕੁਛ ਹੋ ਰਿਹਾ ਹੈ, ਮੋਸਟ ਲਾਈਕਲੀ ਉਹਦਾ ਆਨਸਰ ਵਿਦਾਊਟ ਸਾਰੀ ਆਬਜੈਕਟਿਵ ਇਨਫੋਰਮੇਸ਼ਨ ਹੋਣ ਦੀ ਐਬਸੈਂਸ ਵਿੱਚ, ਕਿਉਂਕਿ ਮੈਨੂੰ ਹੁਣ ਪੂਰਾ ਉਹਨਾਂ ਬਾਰੇ ਜ਼ਿਆਦਾ ਨਹੀਂ ਪਤਾ, ਜਿੰਨਾ ਵੀ ਤੁਸੀਂ ਲਿਖਿਆ ਕਿ ECG ਨਾਰਮਲ ਹੈ, ਕੋਲੈਸਟਰੋਲ ਥੋੜ੍ਹਾ ਜਿਹਾ ਹਾਈ ਹੈ, ਕਿ ਮੈਂ ਇਹ ਵੀ ਐਕਸਪੈਕਟ ਕਰਾਂਗਾ ਕਿ ਡੇ ਟੂ ਡੇ ਐਕਟੀਵਿਟੀਜ਼ ਦੇ ਵਿੱਚ ਉਹਨਾਂ ਨੂੰ ਨਾਰਮਲ ਕੰਮ ਕਰਦੇ ਨੇ, ਨਾਰਮਲ ਫਿਜ਼ੀਕਲ ਕੰਮ ਕਰਦੇ ਨੇ, ਕੋਈ ਪ੍ਰੋਬਲਮ ਨਹੀਂ ਆਉਂਦੀ। ਤਾਂ ਮੈਨੂੰ ਪਹਿਲਾਂ ਤਾਂ ਇਹ ਕਹਾਂਗਾ ਕਿ ਟਿਪੀਕਲੀ ਹਾਰਟ ਡਿਜ਼ੀਜ਼ ਨਾਲ ਰਿਲੇਟਡ ਇਹ ਫਿਨੋਮੀਨਨ ਜੋ ਉਹਨਾਂ ਨੂੰ ਹੋ ਰਿਹਾ ਨਹੀਂ ਲੱਗਦਾ ਕਿ ਹਾਰਟ ਡਿਜ਼ੀਜ਼ ਦੇ ਜਿਹੜੇ ਉਹਨਾਂ ਨੂੰ ਸਿੰਪਟਮ ਹੈ ਇੱਦਾਂ ਰਿਪਰੈਜ਼ੈਂਟ ਹੋ ਰਹੇ ਆ। ਸੋ ਮੋਸਟ ਲਾਈਕਲੀ ਨਹੀਂ ਆ, ਪਰ ਫਿਰ ਵੀ ਕਹਾਂਗਾ ਕਿ ਤੁਸੀਂ ਆਪਣੇ ਡਾਕਟਰ ਸਾਹਿਬ ਨੂੰ ਜਿਨ੍ਹਾਂ ਨੂੰ ਵੀ ਮਿਲਦੇ ਹੋ ਉਹਨਾਂ ਨੂੰ ਬੈਠ ਕੇ ਜ਼ਰੂਰ ਡਿਸਕਸ ਕਰੋ, ਪਰ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਟਿਪੀਕਲ ਇਹ ਸਿੰਪਟਮ ਹੋ ਰਿਹਾ ਜੀ। ਡਾਕਟਰ ਦਿਓਲ ਇਸ ਵੇਲੇ ਸਾਡੇ ਨਾਲ ਫੋਨ ਲਾਈਨ 'ਤੇ ਯਾਦਵਿੰਦਰ ਸਿੰਘ ਜੀ ਸ਼ਾਮਲ ਹੋ ਰਹੇ ਆ, ਉਹਨਾਂ ਦੀ ਗੱਲ ਸੁਣ ਲੈਂਦੇ ਹਾਂ। ਹੈਲੋ, ਹਾਂਜੀ ਯਾਦਵਿੰਦਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਡਾਕਟਰ ਸਾਹਿਬ ਤੋਂ ਪੁੱਛਣਾ ਚਾਹੁੰਦਾ, ਮੈਨੂੰ 2021 ਦੇ ਵਿੱਚ ਮਈ 'ਚ ਡਾਕਟਰਾਂ ਨੇ ਦੱਸਿਆ ਮੈਂ ਬਾਥਰੂਮ ਨਿਕਲ ਡਿੱਗ ਪਿਆ ਸੀਗਾ, ਤੇ ਮਤਲਬ ਕਿ ਉਹ ਹੁਣ ਕਹਿੰਦੇ ਆ ਵੀ ਤੈਨੂੰ ਸੀਜ਼ਰ ਅਟੈਕ। ਅੱਛਾ ਜੀ। ਹਾਂਜੀ, 1 ਵਾਰੀ ਹੋਇਆ, ਫਿਰ 2 ਵਾਰੀ ਹੋਇਆ, ਤੇ ਹੁਣ 3 ਸਾਲਾਂ 'ਚ 3 ਵਾਰੀ ਹੋ ਚੁੱਕਿਆ ਮੈਨੂੰ। ਇਹਦਾ ਕੋਈ ਪ੍ਰੋਪਰ ਇਲਾਜ ਹੈ ਕੋਈ ਜਾਂ ਨਹੀਂ? ਜੀ ਯਾਦਵਿੰਦਰ ਜੀ, ਸ਼ੁਕਰੀਆ ਤੁਹਾਡੇ ਸਵਾਲ ਲਈ, ਬਹੁਤ ਮਿਹਰਬਾਨੀ। ਸੀਜ਼ਰਸ ਦੱਸਦੇ ਆ ਉਹ? ਹਾਂਜੀ ਯਾਦਵਿੰਦਰ ਜੀ, ਜਿਹੜਾ ਤੁਹਾਡਾ ਕੁਐਸਚਨ ਤੁਸੀਂ ਰੇਜ਼ ਕੀਤਾ ਹੈ, ਇਹਦਾ ਹਾਰਟ ਦੇ ਨਾਲ ਰਿਲੇਟਡ ਫਿਨੋਮੀਨਨ ਨਹੀਂ ਹੈ ਲੱਗਦਾ ਹੈ। ਜਿਹੜੀ ਹੈਗੀ ਕੰਡੀਸ਼ਨ ਹੈ ਜਿਵੇਂ ਐਪੀਲੈਪਸੀ, ਇਹ ਕੰਡੀਸ਼ਨ ਹੈ ਕਿ ਉਹਨੂੰ ਰੀਕਰੈਂਟ ਜਿਹੜੇ ਸੀਜ਼ਰਸ ਹੁੰਦੇ ਨੇ, ਇਹ ਐਪੀਲੈਪਸੀ ਇਹਨੂੰ ਕਹਿੰਦੇ ਆ ਇੰਗਲਿਸ਼ ਦੇ ਵਿੱਚ ਟਰਮ, ਅਤੇ ਉਹਦਾ ਪੰਜਾਬੀ 'ਚ ਮੈਨੂੰ ਲੱਗਦਾ ਮਿਰਗੀ ਕਹਿੰਦੇ, ਕਿ ਮਿਰਗੀ ਦੇ ਦੌਰੇ ਪੈਂਦੇ ਨੇ। ਦੇਖੋ ਸਰ, ਵੀ ਤੁਹਾਨੂੰ ਇਹਦਾ ਇਲਾਜ ਇਹ ਹੈ ਕਿ ਤੁਸੀਂ ਰੈਗੂਲਰਲੀ ਆਪਣੀ ਮੈਡੀਕੇਸ਼ਨ ਜਿਹੜੀ ਹੈਗੀ ਹੈ ਤੁਹਾਡੇ ਦਿਮਾਗ ਦੇ ਡਾਕਟਰ ਨੇ ਪ੍ਰਸਕ੍ਰਾਈਬ ਕੀਤੀ ਹੈ, ਉਸ ਨੂੰ ਲਗਾਤਾਰ ਲੈਂਦੇ ਰਹੋ ਔਰ ਉਹਨੂੰ ਮਿਸ ਨਹੀਂ ਕਰਨਾ। ਇਹੀ ਇਸ ਚੀਜ਼ ਦਾ ਇਲਾਜ ਹੈ। ਓਕੇ, ਸੋ ਕੰਟੀਨਿਊਇੰਗ ਵਿਦ ਆਵਰ ਟੌਪਿਕ, ਅਸੀਂ ਗੱਲ ਕਰ ਰਹੇ ਸੀਗੇ
ਹਾਰਟ ਡਿਜ਼ੀਜ਼ਸ ਐਂਡ ਹਾਰਟ ਪ੍ਰੋਬਲਮਸ ਦੇ ਬਾਰੇ, ਸਾਡਾ ਖਾਣ ਪੀਣ, ਹੋਰ ਰਿਸਕ ਫੈਕਟਰਸ ਦੇ ਬਾਰੇ ਤੁਸੀਂ ਕੁਝ ਡਿਸਕਸ ਕੀਤਾ। ਪਰ ਇਹਦੇ ਵਿੱਚ ਇਹ ਚੀਜ਼ ਜਿਹੜੀ ਸਾਨੂੰ ਸੁਣਨ ਨੂੰ ਮਿਲਦੀ ਹੈ ਕਿ ਵੀ ਹਾਰਟ ਅਟੈਕਸ ਜਿਹੜੇ ਆ ਉਹ ਯੰਗਸਟਰਸ ਦੇ ਵਿੱਚ ਬਹੁਤ ਸੁਣਨ ਨੂੰ ਮਿਲਦੇ ਆ। ਆਏ ਦਿਨ ਖਬਰਾਂ ਆਉਂਦੀਆਂ ਆ 25 ਸਾਲਾ 28 ਸਾਲਾ ਕੋਈ ਵਿਅਕਤੀ ਜਿਹੜਾ ਉਹ ਹਾਰਟ ਅਟੈਕ ਦੇ ਨਾਲ ਉਹਦੀ ਮੌਤ ਦੱਸੀ ਜਾਂਦੀ ਹੈ। ਇੰਨੀ ਘੱਟ ਏਜ ਦੇ ਵਿੱਚ ਹਾਰਟ ਪ੍ਰੋਬਲਮਸ? ਦੇਖੋ ਗੁਰਪ੍ਰੀਤ, ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਯੰਗ ਲੋਕਾਂ ਦੇ ਵਿੱਚ ਵੀ ਜਦੋਂ ਆਪਾਂ ਹਾਰਟ ਅਟੈਕ ਦੀ ਗੱਲ ਕਰਦੇ ਹਾਂ ਉਹ ਹੁੰਦਾ ਹੈ, ਪਰ ਰਿਲੇਟਿਵਲੀ ਘੱਟ ਹੁੰਦਾ ਹੈ। 40 ਸਾਲ ਦੀ ਉਮਰ ਤੋਂ ਬਾਅਦ ਇਹਦੀ ਡਿਜ਼ੀਜ਼ ਦੀ ਜਿਹੜੀ ਰੇਟ ਹੈ ਉਹ ਵੱਧ ਜਾਂਦੀ ਹੈ। ਬਾਕੀ ਜਿਹੜਾ ਹਾਰਟ ਅਟੈਕ ਦੀ ਟੈਕਨੀਕਲ ਡੈਫੀਨੇਸ਼ਨ ਦੇਖੀਏ ਤਾਂ ਆਪਾਂ ਜਿਹਨੂੰ ਇੰਗਲਿਸ਼ ਦੇ ਵਿੱਚ, ਇੰਗਲਿਸ਼ ਨਹੀਂ ਸਾਇੰਟੀਫਿਕਲੀ ਇਹਨੂੰ ਮਾਇਓਕਾਰਡੀਅਲ ਇਨਫਾਰਕਸ਼ਨ ਕਹਿੰਦੇ ਆ ਕਿ ਹਾਰਟ ਦਾ ਡੈਮੇਜ ਹੋਣਾ। ਪਰ ਮੈਂ ਵੀ ਨੋਟ ਕੀਤਾ ਗਿਆ ਕਿ ਆਪਣੀ ਕਮਿਊਨਿਟੀ ਦੇ ਵਿੱਚ ਜਦੋਂ ਹਾਰਟ ਦਾ ਰੁਕ ਜਾਣਾ, ਜਿਹਨੂੰ ਅਸੀਂ ਕਾਰਡਿਕ ਅਰੈਸਟ ਕਹਿੰਦੇ ਆ, ਇਹ ਦੋਨਾਂ ਟਰਮਸ ਨੂੰ ਉਹ ਇੰਟਰਚੇਂਜੇਬਲੀ ਯੂਜ਼ ਕਰਦੇ ਨੇ ਕਿ ਹਾਰਟ ਅਟੈਕ ਅਤੇ ਕਾਰਡਿਕ ਅਰੈਸਟ ਉਹ ਟੈਕਨੀਕਲੀ ਦੋ ਡਿਫਰੈਂਟ ਫਿਨੋਮੀਨਨ ਨੇ। ਆਪਾਂ ਜਦੋਂ ਵੀ ਦਿਲ ਰੁਕ ਜਾਂਦਾ ਹੈ ਜਾਂ ਕਿਸੇ ਦੀ ਡੈਥ ਹੁੰਦੀ ਹੈ, ਸਪੋਜ਼ ਕਰੋ ਤੁਸੀਂ ਕਹੇ ਬਈ ਯੰਗ ਕਿਸੇ ਦੀ ਬੱਚੇ ਦੀ ਡੈਥ ਹੁੰਦੀ ਹੈ ਤਾਂ ਉਹ ਹਾਰਟ ਅਟੈਕ ਹੋ ਗਿਆ, ਪਰ ਉਹ ਹੋ ਸਕਦਾ ਉਹ ਕਾਰਡਿਕ ਅਰੈਸਟ ਸੀ, ਕਿ ਉਹ ਟਿਪੀਕਲ ਜਿਹੜਾ ਹਾਰਟ ਅਟੈਕ ਹੈ ਉਹ ਸ਼ਾਇਦ ਉਹ ਹਾਰਟ ਅਟੈਕ ਨਹੀਂ ਸੀ। ਸੋ ਕਾਰਡਿਕ ਅਰੈਸਟ, ਸੋ ਅਫਕੋਰਸ ਉਹਦੀ ਬੋਟਮ ਲਾਈਨ ਤਾਂ ਇਹ ਹੈ ਕਿ ਹਾਂ ਠੀਕ ਹੈ, ਮਤਲਬ ਇਹ ਸਾਨੂੰ ਪਤਾ ਹੈ ਸਾਇੰਟੀਫਿਕਲੀ ਕਿ ਯੰਗ ਲੋਕਾਂ ਦੇ ਵਿੱਚ ਵੀ ਹਾਰਟ ਅਟੈਕ ਹੁੰਦਾ ਹੈ। ਪਰ ਹਾਂ, ਯੰਗ ਲੋਕਾਂ ਦੇ ਵਿੱਚ ਕਾਰਡਿਕ ਅਰੈਸਟ ਵੀ ਹੁੰਦੀ ਹੈ, ਕੋਈ ਡਿਫਰੈਂਟ ਕਾਰਨ ਕਰਕੇ ਕਾਰਡਿਕ ਅਰੈਸਟ ਹੁੰਦੀ ਹੈ। ਅਤੇ ਤੁਹਾਨੂੰ ਲੱਗਿਆ ਕਿ ਤੁਹਾਡਾ ਆਨਸਰ ਮਿਲਿਆ ਕਿ ਨਹੀਂ? ਜੀ, ਮੈਂ ਇਹ ਵੀ ਜਾਣਨਾ ਚਾਹੁੰਦੀ ਹਾਂ ਕਿ ਕੀ ਜਿਹੜੇ ਵਿਅਕਤੀ ਨਸ਼ਾ ਕਰਦੇ ਆ, ਚਿੱਟਾ ਲੈਂਦੇ ਹੋਣ ਜਾਂ ਫੀਮ ਖਾਂਦੇ ਹੋਣ ਜਾਂ ਇਹੋ ਜਿਹੇ ਪ੍ਰੋਡਕਟਸ, ਕੋਕੇਨ, ਜਿੰਨੇ ਵੀ ਨਾਮ ਤੁਸੀਂ ਲੈ ਲਓ, ਉਹਦੇ ਕਰਕੇ ਹਾਰਟ ਅਟੈਕ ਹੋ ਸਕਦਾ? ਦੇਖੋ ਹਾਂਜੀ, ਜਿਵੇਂ ਕਿ ਫੋਰ ਐਗਜ਼ਾਮਪਲ ਆਈ ਥਿੰਕ ਕੋਕੇਨ ਨੂੰ ਸ਼ਾਇਦ ਚਿੱਟੇ ਨੂੰ ਕੋਕੇਨ ਕਹਿੰਦੇ ਆ, ਹੈ ਨਾ। ਅਤੇ ਕੋਕੇਨ ਜਿਹੜੇ ਲੋਕ ਲੈਂਦੇ ਆ, ਅਫਕੋਰਸ ਉਹਨਾਂ ਦੇ ਹਾਰਟ 'ਤੇ ਇਫੈਕਟ ਹੁੰਦੇ ਆ, ਉਹਦੇ ਵਿੱਚ ਹਾਰਟ ਅਟੈਕ ਵੀ ਉਹਨਾਂ ਨੂੰ ਹੁੰਦਾ ਹੈ। ਅਤੇ ਹਾਂਜੀ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਕੋਕੇਨ ਲੈਣ ਨਾਲ ਜਾਂ ਨਸ਼ਾ ਕਰਨ ਨਾਲ ਹਾਰਟ ਅਟੈਕ ਹੁੰਦਾ ਹੈ। ਪਰ ਉੱਪਰ ਦੀ ਅਗਰ ਜਿਹੜੇ ਦੂਸਰੇ ਡਰੱਗਸ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਸਾਡੇ ਦਿਮਾਗ ਨੂੰ ਸਪਰੈਸ ਕਰਦੇ ਨੇ, ਜਿਵੇਂ ਫੈਂਟਨਲ ਦੀ ਗੱਲ ਹੋਏ, ਮੋਰਫਿਨ ਵਗੈਰਾ ਜਾਂ ਫੈਂਟਨਲ, ਉਹ ਆਪਣੇ ਸਾਹ ਲੈਣ ਵਾਲਾ ਜਿਹੜਾ ਸੈਂਟਰ ਦਿਮਾਗ 'ਚ ਬਣਿਆ ਹੁੰਦਾ, ਜਦੋਂ ਉਸਦੀ ਓਵਰਡੋਜ਼ ਹੋ ਜਾਂਦੀ ਹੈ ਤਾਂ ਉਹ ਸਾਹ ਵਾਲੇ ਸੈਂਟਰ ਨੂੰ ਸਪਰੈਸ ਕਰ ਦਿੰਦਾ। ਉਸ ਨਾਲ ਤੁਹਾਡਾ ਸਾਹ ਬੰਦ ਹੋਏਗਾ। ਜਦੋਂ ਵੀ ਸਰੀਰ ਦੇ ਵਿੱਚ ਸਾਹ ਆਉਣਾ, ਜਿਹੜਾ ਕਿ ਆਪਾਂ ਆਕਸੀਜਨ ਅੰਦਰ ਲੈਂਦੇ ਹਾਂ, ਉਹ ਜਦੋਂ ਆਕਸੀਜਨ ਅੰਦਰ ਨਹੀਂ ਜਾਏਗੀ, ਉਹਦੇ ਫਰਦਰ ਇਫੈਕਟ ਇਹ ਹੋਣਗੇ ਵੀ ਤੁਹਾਡਾ ਅਲਟੀਮੇਟਲੀ ਹਾਰਟ ਨੇ ਵੀ ਰੁਕ ਜਾਣਾ। ਹੁਣ ਉਹਦੀ ਓਵਰਡੋਜ਼ ਨਾਲ ਜਿਹੜੀ ਡੈਥ ਹੈ, ਹੋ ਸਕਦਾ ਉਹ ਰਿਸਪਾਇਰਟਰੀ ਸੈਂਟਰ ਦੀ ਸਪਰੈਸ਼ਨ ਨਾਲ ਹੋਈ ਹੈ, ਕਿਉਂਕਿ ਸਭ ਤੋਂ ਪਹਿਲਾਂ ਉਹਨੇ ਜਿਹੜਾ ਸਾਹ ਲੈਣ ਵਾਲਾ ਸੈਂਟਰ ਉਹਨੂੰ ਸਪਰੈਸ ਕਰ ਦਿੱਤਾ। ਉਹ ਆਕਸੀਜਨ ਸਰੀਰ ਦੇ ਵਿੱਚ ਨਹੀਂ ਜਾਏਗੀ, ਉਸ ਤੋਂ ਬਾਅਦ ਨੈਚੁਰਲੀ ਅਗਲਾ ਇਫੈਕਟ ਹੋਏਗਾ, ਜਦੋਂ ਆਕਸੀਜਨ ਸਰੀਰ ਵਿੱਚ ਨਹੀਂ ਜਾਏਗੀ ਤਾਂ ਹਾਰਟ ਵੀ ਰੁਕ ਜਾਏਗਾ। ਅਤੇ ਹੁਣ ਤੁਸੀਂ ਜੇ ਉਸਨੂੰ ਹਾਰਟ ਅਟੈਕ ਕਹੋਗੇ, ਪਹਿਲੀ ਤਾਂ ਗੱਲ ਉਹ ਹਾਰਟ ਅਟੈਕ ਨਹੀਂ ਹੈ, ਉਹ ਕਾਰਡਿਕ, ਮਤਲਬ ਹਾਰਟ ਤਾਂ ਰੁਕਿਆ, ਉਹਨਾਂ ਦੇ ਕਾਰਡਿਕ ਅਰੈਸਟ ਤਾਂ ਹੋਈ ਹੈ, ਪਰ ਉਹਦਾ ਪ੍ਰਾਇਮਰੀ ਕਾਜ਼ ਜਿਹੜਾ ਸੀਗਾ ਉਹ ਓਵਰਡੋਜ਼ ਨਾਲ, ਜਿਹੜਾ ਕਿ ਰਿਸਪਾਇਰਟਰੀ ਸੈਂਟਰ ਸਪਰੈਸ਼ਨ ਨਾਲ ਹੋਏਗਾ। ਬਹੁਤ ਜ਼ਿਆਦਾ ਇਹ ਚੀਜ਼ਾਂ ਜਿਹੜੀਆਂ ਆ ਉਹ ਸਾਨੂੰ ਆਏ ਦਿਨ ਸੁਣਨ ਨੂੰ, ਦੇਖਣ ਨੂੰ ਮਿਲਦੀਆਂ। ਤਾਂ ਮੈਨੂੰ ਲੱਗਦਾ ਕਿ ਇਹਦੇ ਬਾਰੇ ਅਵੇਅਰਨੈਸ ਜਿੰਨੀ ਹੋਵੇ ਉਨਾ ਚੰਗਾ, ਐਸਪੈਸ਼ਲੀ ਵੈਨ ਇਟ ਕਮਸ ਟੂ ਐਡਿਕਸ਼ਨ ਪ੍ਰੋਬਲਮਸ। ਹਾਂਜੀ ਬਿਲਕੁਲ। ਦੇਖੋ ਅਸੀਂ ਵੀ ਗੁਰਪ੍ਰੀਤ ਇਸ ਚੀਜ਼ ਤੋਂ ਬਚੇ ਨਹੀਂ ਹਾਂ, ਅਸੀਂ ਵੀ ਇਹ ਚੀਜ਼ ਐਕਨੋਲੇਜ ਕਰਦੇ ਹਾਂ। ਮੈਨੂੰ ਲੱਗਦਾ ਕਿ ਤੁਹਾਡਾ ਰੈਫਰੈਂਸ ਹੈਗੀ ਹੈ ਕਿ ਜਿੱਦਾਂ ਹੁਣ ਆਪਾਂ ਨਿਊਜ਼ ਵਿੱਚ ਸੁਣਦੇ ਹੋ, ਨਿਊਜ਼ ਵਿੱਚ ਪੜ੍ਹਦੇ ਹਾਂ ਕਿ ਜਿਹੜੇ ਯੰਗ ਬੱਚੇ ਨੇ, ਸਪੈਸ਼ਲੀ ਜਿਹੜੇ ਇੰਡੀਆ ਤੋਂ ਸਟੂਡੈਂਟ ਕਲਾਸ ਦੇ ਵਿੱਚ ਆਉਂਦੇ ਨੇ, ਇੱਥੇ ਆ ਕੇ ਹੁਣ ਅਕਸਰ ਕਮਿਊਨਿਟੀ 'ਚ ਸੁਣਨ ਨੂੰ ਮਿਲਦਾ ਕਿ ਕਾਫੀ ਬੱਚਿਆਂ ਦੀ ਡੈਥ ਹੋ ਰਹੀ ਹੈ। ਉਹ ਸਿੰਪਲ ਟਰਮ ਦੇ ਵਿੱਚ ਉਹਨੂੰ ਜਿਵੇਂ ਹਾਰਟ ਨੂੰ ਰੁਕ ਜਾਣਾ ਜਾਂ ਉਹਨੂੰ ਹਾਰਟ ਅਟੈਕ ਕਹਿ ਦਿੱਤਾ ਜਾਂਦਾ। ਹੁਣ ਐਗਜ਼ੈਕਟ ਉਹਦਾ ਕਾਰਨ ਕੀ ਹੈ, ਮੇਰੇ ਕੋਲ ਕੋਈ ਨੰਬਰ ਨਹੀਂ ਹੈ ਸਾਇੰਟੀਫਿਕ ਵੀ ਉਹਨਾਂ ਦੀ ਡੈਥ ਕਿਸ ਕਾਰਨ ਕਰਕੇ ਹੁੰਦੀ ਹੈ, ਪਰ ਆਪਾਂ ਨੂੰ ਸੁਣਨ ਨੂੰ ਥੋੜ੍ਹਾ ਅਜੀਬ ਲੱਗਦਾ ਹੈ ਵੀ ਇੰਨੇ ਬੱਚਿਆਂ ਦੀ ਡੈਥ ਕਿਉਂ ਹੋ ਰਹੀ ਹੈ। ਹੁਣ ਸਭ ਤੋਂ ਪਹਿਲਾਂ ਤਾਂ ਉਹਦੀ ਟੈਕਨੀਕਲ ਇਨਫੋਰਮੇਸ਼ਨ ਲੈਣ ਲਈ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਾਜ਼ ਆਫ ਡੈਥ। ਜਦੋਂ ਮੈਡੀਕਲ ਜਿਹੜਾ ਐਗਜ਼ਾਮੀਨਰ ਹੁੰਦਾ, ਠੀਕ ਹੈ, ਉਹ ਜਦੋਂ ਸਾਰੇ ਤੁਹਾਡੀ ਬੋਡੀ ਨੂੰ ਤੁਹਾਡੇ ਮਰਨ ਤੋਂ ਬਾਅਦ ਐਨਾਲਾਈਜ਼ ਕਰਦੇ ਆ ਤਾਂ ਉਹ ਸਾਨੂੰ ਦੱਸ ਸਕਦੇ ਵੀ ਕੀ ਕਾਰਨ ਹੈ। ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਐਜ਼ ਏ ਕਮਿਊਨਿਟੀ ਲੈਵਲ 'ਤੇ ਐਫਰਟ ਹੋਣਾ ਚਾਹੀਦਾ ਵੀ ਕਦੋਂ ਵੀ ਅਨਐਕਸਪੈਕਟਡ ਡੈਥ ਹੁੰਦੀ ਹੈ ਅਤੇ ਸਾਨੂੰ ਆਪ ਵੀ ਪੁਸ਼ ਕਰਨਾ, ਜੋ ਵੀ ਉਹਨਾਂ ਦੇ ਨਾਲ ਰਿਸਪੋਂਸੀਬਲ ਬੰਦਾ, ਰਿਸਪੋਂਸੀਬਲ ਪਾਰਟੀ, ਚਾਹੇ ਉਹਨਾਂ ਦੀ ਪਰਮਿਸ਼ਨ ਲੈ ਕੇ, ਉਹਨਾਂ ਦੇ ਪੇਰੈਂਟ ਜੇ ਇੱਥੇ ਨਹੀਂ ਹੈ, ਜੋ ਵੀ ਉਹਨਾਂ ਲਈ ਰਿਸਪੋਂਸੀਬਲ ਹੈ,
ਉਹਨਾਂ ਦੀ ਸਾਰਿਆਂ ਦੀ ਅਟੋਪਸੀਜ਼ ਹੋਣੀਆਂ ਜ਼ਰੂਰੀ ਨੇ। ਠੀਕ ਹੈ, ਔਰ ਫਿਰ ਉਹ ਸਾਰੀਆਂ ਅਟੋਪਸੀਜ਼ ਜਿਹੜੀਆਂ ਉਹਨਾਂ ਨੂੰ ਰਜਿਸਟਰ ਕਰਨਾ ਜ਼ਰੂਰੀ ਹੈ ਕਿ ਇਹ ਪਰਟੀਕੂਲਰ ਬੈਕਗਰਾਊਂਡ ਤੋਂ ਆਏ ਨੇ, ਪਰਟੀਕੂਲਰ ਬੈਕਗਰਾਊਂਡ ਰਿਲੇਟਿਵਲੀ ਇਹਨਾਂ ਦੀ ਡੈਥ ਰੇਟ ਆਪਾਂ ਜੇ ਪ੍ਰੂਵ ਕਰਦੀ ਵੀ ਜ਼ਿਆਦਾ ਹੈ ਦੂਜੇ ਲੋਕਾਂ ਨਾਲੋਂ ਕਿ ਕਿੰਨੇ ਐਜ਼ ਕੰਪੇਅਰ ਟੂ ਅਦਰ ਯੰਗ ਪੀਪਲ, ਹੈ ਨਾ, ਤਾਂ ਫਿਰ ਉਹ ਤੁਸੀਂ ਉਹਦੇ ਕੋਈ ਕਨਕਲੂਜਨ, ਸਾਇੰਟੀਫਿਕ ਕਨਕਲੂਜਨ ਕਰਕੇ ਉਸ ਨੂੰ ਸੋਲਵ ਪ੍ਰੋਬਲਮ ਨੂੰ ਕਰ ਸਕਦੇ ਵੀ ਕਿਉਂ ਹੁੰਦਾ। ਪਰ ਇਟਸ ਰਾਈਟ ਨਾਓ ਆਈ ਡੋਂਟ ਹੈਵ ਐਨੀ ਵੀ ਮੇਰੇ ਕੋਲ ਕੋਈ ਸਾਇੰਟੀਫਿਕ ਨੰਬਰ ਨਹੀਂ ਉਸ ਬਾਰੇ ਹੈਗੇ। ਡਾਕਟਰ ਸਾਹਿਬ, ਚਿੰਤਾ ਚਿਤਾ ਸਮਾਨ ਹੈ, ਐਵੇਂ ਨਹੀਂ ਕਹਿੰਦੇ। ਸਟ੍ਰੈਸ ਲੈਵਲ ਤਾਂ ਸਾਰਿਆਂ ਦੇ ਹੀ ਵਧੇ ਪਏ ਆ, ਇੰਨੀ ਕੁ ਜ਼ਿਆਦਾ ਟੈਨਸ਼ਨ, ਚਾਹੇ ਉਹ ਅਸੀਂ ਆਪਣੇ ਆਲੇ ਦੁਆਲੇ ਦੇ ਫੈਕਟਰਸ ਕਹਿ ਲਈਏ, ਰਿਲੇਸ਼ਨਸ਼ਿਪ ਇਸ਼ੂਜ਼ ਕਹਿ ਲਈਏ, ਸੁਸਾਈਟਲ ਲੈਵਲ 'ਤੇ ਕਹਿ ਲਈਏ, ਜਾਂ ਫਿਰ ਫਾਈਨੈਂਸਿਸ ਦੇ ਨਾਲ ਜੂਝ ਰਹੇ ਹਾਂ। ਅਸੀਂ ਕਹਾਂਗੇ ਲੈ ਗਵਰਨਮੈਂਟਸ ਕਰੀ ਕੀ ਜਾਂਦੀਆਂ ਆ, ਮੌਰਗੇਜ ਰੇਟ ਵਧੀ ਜਾਂਦੇ ਪਏ ਆ, ਇੰਟਰਸਟ ਵਧੀ ਜਾਂਦਾ ਪਿਆ ਆ, ਸਟ੍ਰੈਸ ਲਈ ਜਾਂਦੇ ਆ, ਉਹ ਕਿਤੇ ਅਵੋਇਡ ਨਹੀਂ ਕਰ ਪਾਉਂਦੇ। ਅਤੇ ਸਟ੍ਰੈਸ ਦੇ ਕਰਕੇ ਕੀ ਰਿਸਕ ਜਿਹੜਾ ਹੈ ਉਹ ਹਾਰਟ ਅਟੈਕ ਦਾ ਵੱਧ ਜਾਂਦਾ ਹੈ? ਹਾਂਜੀ, ਬਿਲਕੁਲ। ਦੇਖੋ, ਇਹਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ ਕਿ ਹਾਰਟ ਡਿਜ਼ੀਜ਼ ਇਕੱਲਾ ਮਤਲਬ ਸਟ੍ਰੈਸ ਦੇ ਨਾਲ ਰਿਲੇਟਡ, ਜਿਵੇਂ ਸਾਈਕੋਸੋਸ਼ਲ ਸਟ੍ਰੈਸਰਸ ਹੁੰਦੇ ਆ, ਸਾਈਕੋਸੋਸ਼ਲ ਫੈਕਟਰਸ ਹੁੰਦੇ ਆ। ਸਟ੍ਰੈਸ ਇੱਕ ਫੈਕਟਰ ਹੈ, ਹਾਰਟ ਡਿਜ਼ੀਜ਼ ਦਾ ਰਿਸਕ ਫੈਕਟਰ ਵੀ ਹੈ, ਔਰ ਬਹੁਤ ਹੋਰ ਡਿਜ਼ੀਜ਼ਸ ਦਾ ਵੀ। ਬੋਡੀ ਦੀ ਓਵਰਆਲ ਅੰਡਰ ਸਟ੍ਰੈਸਫੁਲ ਸਰਕਮਸਟੈਂਸਿਸ 'ਚ ਰਹਿਣਾ ਲੀਡ ਟੂ ਆਪਣੀ ਬੋਡੀ ਦੇ ਵਿੱਚ ਕੁਛ ਚੇਂਜਸ ਆਉਂਦੇ ਨੇ। ਆਫ ਕੋਰਸ ਇਟ ਲੀਡਸ ਟੂ ਕਿੰਨੀਆਂ ਡਿਜ਼ੀਜ਼ਸ ਦਾ ਕਾਰਨ ਬਣਦਾ ਸਟ੍ਰੈਸ ਦਾ। ਸਟ੍ਰੈਸ 'ਚ ਰਹਿਣਾ, ਅਤੇ ਤੁਹਾਡੀ ਗੱਲ ਸਹੀ ਹੈ ਕਿ ਹਾਂ, ਸਟ੍ਰੈਸ 'ਚ ਰਹਿਣਾ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ। ਜੀ, ਡਾਕਟਰ ਦਿਓਲ ਜਨਰਲ ਇੰਟਰਨਲ ਮੈਡੀਸਿਨ ਸਪੈਸ਼ਲਿਸਟ ਨੇ ਵਿਦ ਪਰਟੀਕੂਲਰ ਇੰਟਰਸਟ ਇਨ ਕਾਰਡੀਓਲੋਜੀ। ਔਰ ਡਾਕਟਰ ਸਾਹਿਬ, ਜਦੋਂ ਅਸੀਂ ਕਹਿੰਦੇ ਹਾਂ ਕਿ ਸਿੰਪਟਮਸ, ਜਦੋਂ ਹਾਰਟ ਦਾ ਕੋਈ ਇਸ਼ੂ ਹੋ ਰਿਹਾ ਹੋਵੇ ਤਾਂ ਉਹ ਕਿਵੇਂ ਡਿਪਿਕਟ ਹੁੰਦੇ ਆ? ਬੜਾ ਚੰਗਾ ਕੁਐਸਚਨ ਹੈ। ਆਈ ਥਿੰਕ ਆਪਣੇ ਸਾਰੇ ਲੋਕਾਂ ਲਈ ਅਵੇਅਰ ਇਸ ਚੀਜ਼ ਤੋਂ ਹੋਣ ਲਈ ਕੁਛ ਟਿਪੀਕਲ ਸਿੰਪਟਮਸ ਹੁੰਦੇ ਨੇ, ਕੁਛ ਏਟਿਪੀਕਲ ਸਿੰਪਟਮਸ ਹੁੰਦੇ ਨੇ, ਔਰ ਕੁਛ ਲੋਕਾਂ ਵਿੱਚ ਕੋਈ ਸਿੰਪਟਮ ਨਹੀਂ ਹੁੰਦੇ। ਸੋ ਤੁਸੀਂ ਜਿਹੜੇ ਟਿਪੀਕਲ ਸਿੰਪਟਮਸ ਨੇ, ਚੈਸਟ ਡਿਸਕੰਫਰਟ ਕਹਿੰਦੇ ਕਿ ਛਾਤੀ 'ਚ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਰਹਿਣਾ। ਬਹੁਤੇ ਲੋਕ ਇਸ ਤਕਲੀਫ ਨੂੰ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਜਿਵੇਂ ਕਿ ਛਾਤੀ ਟਾਈਟ ਹੋ ਜਾਂਦੀ ਹੈ, ਸਪੈਸ਼ਲੀ ਜਦੋਂ ਕੋਈ ਫਿਜ਼ੀਕਲ ਐਗਜ਼ਰਸ਼ਨ, ਕੋਈ ਭਾਰ ਵਾਲਾ ਕੰਮ ਕਰਦੇ ਆ, ਚਾਹੇ ਜ਼ਿਆਦਾ ਤੁਰਦੇ ਨੇ, ਤਾਂ ਉਹਨਾਂ ਦੀ ਸੈਂਟਰ ਜਾਂ ਲੈਫਟ ਸਾਈਡ ਛਾਤੀ ਜਿਹੜੀ ਆ ਉਹ ਟਾਈਟ ਹੋ ਜਾਂਦੀ ਹੈ। ਔਰ ਉਹ ਦਰਦ ਕਈ ਵੇਲੇ ਲੈਫਟ ਆਰਮ ਵਾਲੇ ਪਾਸੇ ਨੂੰ ਔਰ ਟੂਵਰਡਸ ਜਾ ਅਤੇ ਆਪਣੇ ਜਵਾੜੇ ਵਾਲੇ ਪਾਸੇ ਨੂੰ ਜਾਂ ਗਰਦਨ ਵਾਲੇ ਪਾਸੇ ਨੂੰ ਜਾਂਦੀ ਹੈ। ਜੋ ਤੁਸੀਂ ਰੈਸਟ ਕਰਦੇ ਹੋ ਤਾਂ ਉਹ ਤੁਹਾਡੀ ਸਿੰਪਟਮ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਨੰਬਰ 1। ਔਰ ਨੰਬਰ 2, ਕਈ ਲੋਕਾਂ ਨੂੰ ਇਸ ਚੀਜ਼ ਦੇ ਨਾਲ ਥੋੜ੍ਹਾ ਸਾਹ ਵੀ ਚੜ੍ਹਨ ਲੱਗ ਪੈਂਦਾ, ਤਾਂ ਉਹ ਮਹਿਸੂਸ ਕਰਦੇ ਕਿ ਜਿਹੜਾ ਉਹਨਾਂ ਨੂੰ ਪਹਿਲਾਂ ਨਹੀਂ ਸੀ ਸਾਹ ਚੜ੍ਹਦਾ ਅਤੇ ਹੁਣ ਛਾਤੀ 'ਚ ਦਰਦ ਹੈਵੀ ਵੀ ਹੁੰਦੀ ਹੈ, ਛਾਤੀ ਦੇ ਨਾਲ ਸਾਹ ਵੀ ਚੜ੍ਹਦਾ। ਉਹ ਤਾਂ ਥੋੜ੍ਹੇ ਜਿਹੇ ਟਿਪੀਕਲ ਸਿੰਪਟਮਸ ਨੇ। ਬਾਕੀ ਥੋੜ੍ਹੇ ਜਿਹੇ ਏਟਿਪੀਕਲ ਸਿੰਪਟਮਸ ਹੈ, ਜਿਵੇਂ ਕਿ ਬਦਹਜ਼ਮੀ ਹੋ ਜਾਣਾ, ਡਿਜ਼ੀਨੈਸ ਫੀਲ ਕਰਨਾ, ਲਾਈਟ ਹੈਡedness, ਔਰ ਜਿਵੇਂ ਗੈਸ ਦੇ ਸਿੰਪਟਮਸ ਨੇ ਉਹ ਵੀ ਪਰਟੀਕੂਲਰ ਏਟਿਪੀਕਲ ਸਿੰਪਟਮਸ ਵਗੈਰਾ ਨੋਟ ਕਰਦੇ ਨੇ। ਔਰ ਦੂਸਰੀ ਗੱਲ ਹੈ, ਕਈ ਲੋਕਾਂ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਜਿਹੜੇ ਹਾਈ ਰਿਸਕ ਲੋਕ ਨੇ, ਜਿਵੇਂ ਡਾਇਬੈਟਿਕ ਲੋਕ ਨੇ, ਜਿਨ੍ਹਾਂ ਨੂੰ ਸ਼ੂਗਰ, ਲੋਕਾਂ ਨੂੰ ਕਾਫੀ ਥੋੜ੍ਹੀ ਦੇਰ ਤੋਂ ਸ਼ੂਗਰ ਹੈ, ਉਹਨਾਂ ਨੂੰ ਕੁਛ ਮਹਿਸੂਸ ਨਹੀਂ ਹੁੰਦਾ। ਅੱਛਾ। ਹਾਂ, ਉਹ ਸਾਇਲੈਂਟ ਵੀ ਹੋ ਸਕਦਾ। ਔਰ ਬਾਕੀ ਇਸ ਚੀਜ਼ ਦੇ ਸਿੰਪਟਮਸ ਦਾ ਸਪੈਕਟਰਮ ਹੈ। ਜੇ ਤੁਹਾਨੂੰ ਛਾਤੀ 'ਚ ਦਰਦ 5-7 ਮਿੰਟ ਤੋਂ ਜ਼ਿਆਦਾ ਰਹਿੰਦੀ ਹੈ ਤਾਂ ਉਹ ਹਾਰਟ ਅਟੈਕ ਦੀ ਨਿਸ਼ਾਨੀ ਵੀ ਹੋ ਸਕਦੀ ਹੈ, ਤਾਂ ਉਹ ਤਾਂ ਬਿਲਕੁਲ ਮੈਡੀਕਲ ਐਮਰਜੈਂਸੀ ਬਣ ਜਾਂਦੀ ਹੈ। ਔਰ ਕਾਫੀ ਪਰਸੈਂਟੇਜ ਲੋਕਾਂ ਜਦੋਂ ਹਾਰਟ ਅਟੈਕ ਹੁੰਦਾ ਤਾਂ ਉਹਨਾਂ ਦਾ ਦਿਲ ਇੱਕਦਮ ਰੁਕ ਵੀ ਸਕਦਾ ਹੈ, ਤਾਂ ਉਦੋਂ ਮੌਤ, ਆਪਾਂ ਜਿਵੇਂ ਕਿ ਕਾਰਡਿਕ ਅਰੈਸਟ ਹੋ ਗਈ ਅਤੇ ਉਦੋਂ ਮੌਤ ਵੀ ਹੋ ਸਕਦਾ ਹੈ। ਜਿਹੜਾ ਕਿ ਪਹਿਲਾ ਸਿੰਪਟਮ ਇਹ ਹੋਗਾ ਕਿ ਕਾਰਡਿਕ ਅਰੈਸਟ, ਜਿਹੜੀ ਤੁਹਾਡੀ ਮੌਕੇ 'ਤੇ ਮੌਤ ਵੀ ਹੋ ਗਈ, ਉਹ ਵੀ ਸਭ ਤੋਂ ਸੀਰੀਅਸ ਸਿੰਪਟਮ ਮੈਂ ਕਹਾਂਗਾ ਕਿ ਜਿਹੜਾ ਇਸ ਡਿਜ਼ੀਜ਼ ਨਾਲ ਹੋ ਸਕਦਾ। ਜੀ ਜੀ। ਆਮ ਜ਼ਿੰਦਗੀ ਜਿਉਂਦੇ ਆ ਡਾਕਟਰ ਦਿਓਲ, ਸਾਨੂੰ ਨਹੀਂ ਪਤਾ ਚੱਲਦਾ ਕਿ ਅੱਛਾ ਆ ਮੇਰੇ ਮਾੜੀ ਜਿਹੀ ਦਰਦ ਹੋਈ ਹੈ, ਕੁਛ ਹੋਇਆ ਹੋਣਾ, ਚੱਲ ਅੱਜ ਮੈਂ ਕੁਛ ਠੀਕ ਨਹੀਂ ਖਾਧਾ ਹੋਣਾ। ਅਸੀਂ ਧਿਆਨ ਨਹੀਂ ਦਿੰਦੇ ਉਸ ਵਾਲੇ ਪਾਸੇ। ਜਿਵੇਂ ਤੁਸੀਂ ਕਿਹਾ ਕਿ ਕਿਸੇ ਵੇਲੇ ਮੈਡੀਕਲ ਐਮਰਜੈਂਸੀ ਹੋ ਸਕਦੀ ਆ, ਸੋ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਰੈੱਡ ਫਲੈਗ ਅਜਿਹਾ ਤੁਸੀਂ ਪਛਾਣ ਲਓ ਕਿ ਯੂ ਨੀਡ ਟੂ ਕਾਲ 911 ਜਾਂ ਯੂ ਨੀਡ ਟੂ ਟਾਕ ਟੂ ਸਮਬਡੀ? ਹਾਂਜੀ, ਆਈ ਥਿੰਕ ਜੇ ਆਪਾਂ ਇੱਕ ਕਨਕਲੂਜਨ ਆਪਾਂ ਇਸ ਇੰਟਰਵਿਊ ਦੀ ਕਰ ਲਈਏ, ਅਗਰ ਤੁਹਾਨੂੰ ਕਦੀ ਵੀ ਛਾਤੀ 'ਚ ਦਰਦ ਹੋਵੇ, ਪਹਿਲਾਂ ਤਾਂ ਇਹ ਤੁਸੀਂ ਆਪਣੇ ਮਤਲਬ ਆਪਾਂ ਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਉਹਨੂੰ ਕਦੀ ਵੀ ਇਗਨੋਰ ਨਹੀਂ ਕਰਨਾ। ਠੀਕ ਹੈ,
ਕਦੀ ਵੀ ਛਾਤੀ 'ਚ ਦਰਦ ਹੋਵੇ, ਇਰਰਿਸਪੈਕਟਿਵ ਆਈ ਥਿੰਕ ਤੁਹਾਡੀ ਏਜ ਛੱਡ ਕੇ, ਕੋਈ ਵੀ ਏਜ ਦਾ ਹੋਵੇ, ਤਾਂ ਤੁਸੀਂ ਜ਼ਰੂਰ ਆਪਣੇ ਡਾਕਟਰ ਨੂੰ ਮੈਂਸ਼ਨ ਕਰੋ। ਕਦੀ ਵੀ ਇੱਕ ਚੀਜ਼ ਲਿਖ ਲਓ ਵੀ ਮੈਂ ਇਹ ਚੀਜ਼ ਕਰਨੀ ਹੈ। ਛਾਤੀ ਦਾ ਦਰਦ ਇੱਕ ਇਹੋ ਜਿਹਾ ਸਿੰਪਟਮ ਹੈ, ਹੋ ਸਕਦਾ ਹੈ ਵੀ ਇਹ ਹਾਰਟ ਡਿਜ਼ੀਜ਼ ਦਾ ਪ੍ਰੋਬੇਬਿਲਿਟੀ ਹੈ ਵੀ ਨਹੀਂ ਵੀ ਹੈ, ਪਰ ਜੇ ਅਗਰ ਹਾਰਟ ਡਿਜ਼ੀਜ਼ ਹੈ ਤਾਂ ਫਿਰ ਹੋ ਸਕਦਾ ਨੈਕਸਟ ਸਿੰਪਟਮ ਇਹ ਹੋ ਸਕਦਾ ਬਹੁਤ ਐਮਰਜੈਂਸੀ ਵਾਲੀ ਕੰਡੀਸ਼ਨ, ਹਾਰਟ ਅਟੈਕ ਵੀ ਹੋ ਸਕਦਾ ਔਰ ਮੌਤ ਵੀ ਹੋ ਸਕਦੀ ਹੈ। ਸੋ ਛਾਤੀ ਦੇ ਦਰਦ ਪਹਿਲਾਂ ਤਾਂ ਬਣਾਓ ਵੀ ਤੁਸੀਂ ਕਦੀ ਵੀ ਛਾਤੀ ਦੀ ਤਕਲੀਫ ਹੁੰਦੀ ਹੈ ਉਹ ਇਗਨੋਰ ਨਹੀਂ ਕਰਨੀ। ਬਾਕੀ ਅਗਰ ਤਾਂ ਟਿਪੀਕਲ ਜੇ ਤੁਹਾਨੂੰ ਛਾਤੀ ਦੇ ਉਸ ਟਾਈਮ ਦਰਦ ਹੋ ਰਹੀ, ਜਿੱਦਾਂ ਮੈਂ ਦੱਸਿਆ ਕਿ 5-7 ਮਿੰਟ ਤੋਂ ਜ਼ਿਆਦਾ ਹੋ ਰਹੀ ਹੈ, ਟਿਪੀਕਲ ਹੈ। ਜਿਵੇਂ ਛਾਤੀ ਤੁਹਾਡੀ ਲੱਗਦਾ ਵੀ ਟਾਈਟ ਹੋ ਗਈ, ਜਿਵੇਂ ਕਿਸੇ ਨੇ ਕੋਈ ਬੈਲਟ ਨਾਲ ਛਾਤੀ ਘੁੱਟ ਦਿੱਤੀ ਹੈ ਔਰ ਸਾਹ ਵੀ ਚੜਨ ਲੱਗ ਪਿਆ, ਥੋੜਾ ਨਾਲ ਪਸੀਨਾ ਵੀ ਆਉਂਦਾ, ਦਿਲ ਵੀ ਠੀਕ ਨਹੀਂ ਫੀਲ ਕਰ ਰਿਹਾ, ਜਿਵੇਂ ਕੱਚਾ ਦਿਲ ਪੱਟ ਹੋਣ ਲੱਗ ਪਿਆ, ਤਾਂ ਫਿਰ ਉਸੇ ਟਾਈਮ ਦਾ ਬੈਸਟ ਸਿਨੈਰੀਓ ਤੁਸੀਂ ਦੇਖੋ ਹੌਸਪੀਟਲਸ 24 ਆਵਰਸ ਖੁੱਲ੍ਹੇ ਨੇ। ਔਰ ਜਦੋਂ ਵੀ ਸਾਨੂੰ ਹਾਰਟ ਡਿਜ਼ੀਜ਼ ਦਾ ਸਾਨੂੰ ਲੱਗਦਾ ਵੀ ਹਾਰਟ ਡਿਜ਼ੀਜ਼ ਉਹਦੇ ਪ੍ਰੋਟੋਕਾਲ ਇੱਦਾਂ ਬਣਿਆ ਕਿ ਤੁਹਾਨੂੰ ਬਹੁਤੀ ਵੇਟ ਕਰਨ ਦੀ ਲੋੜ ਨਹੀਂ, ਉਹ ਇਮੀਡੀਏਟਲੀ ਅਸੈਸ ਕਰ ਲੈਂਦੇ ਕਿ ਤੁਹਾਨੂੰ ਹਾਰਟ ਅਟੈਕ ਨਹੀਂ ਹੋ ਰਿਹਾ, ਕਿ ਜਿਹੜੀ ਕਿ ਮੈਡੀਕਲ ਐਮਰਜੈਂਸੀ ਹੈ, ਜਿੰਨਾ ਕੁ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ। ਸੋ ਉਦੋਂ ਫਿਰ ਤੁਸੀਂ 911 ਕਾਲ, ਹੋਰ ਕੁਛ ਕਰਨ ਦੀ ਲੋੜ ਨਹੀਂ, ਤੁਹਾਨੂੰ 911 ਕਾਲ ਕਰਕੇ ਜ਼ਰੂਰ ਹਸਪੀਟਲ ਦੀ ਐਮਰਜੈਂਸੀ ਰੂਮ 'ਚ ਜਾਣਾ ਚਾਹੀਦਾ ਜੀ। ਅਤੇ ਦੂਸਰਾ, ਤੁਸੀਂ ਜੇ ਤੁਹਾਨੂੰ ਲੱਗਦਾ ਇੱਦਾਂ ਦੀ ਚੀਜ਼ ਨਹੀਂ ਟਿਪੀਕਲ ਲੱਗਦੀ ਤਾਂ ਤੁਸੀਂ ਆਪਣੇ ਫੈਮਿਲੀ ਡਾਕਟਰ ਜਾਂ ਜੋ ਵੀ ਡਾਕਟਰ ਦੀ ਜਿੱਥੇ ਤੁਸੀਂ ਐਕਸੈਸ ਕਰਦੇ ਉਹਨਾਂ ਨੂੰ ਡਿਸਕਸ ਜ਼ਰੂਰ ਕਰਨਾ ਚਾਹੀਦਾ। ਰਾਈਟ। ਜਸਪ੍ਰੀਤ ਸਾਡੇ ਨਾਲ ਇਸ ਵੇਲੇ ਫੋਨ ਲਾਈਨ 'ਤੇ ਨੇ, ਲੈਟਸ ਹੀਅਰ ਇਟ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲੀ ਵਾਰ ਇਹ ਮੈਂ ਰੈਡ ਐਫਐਮ ਤੇ ਕਾਲ ਕਰਦਾ ਪਿਆ ਆ। ਐਕਚੁਅਲੀ ਟੌਪਿਕ ਇੱਦਾਂ ਦਾ ਸੀਗਾ, ਅਸੀਂ ਰੀਸੈਂਟਲੀ ਫੈਮਿਲੀ ਦੇ ਵਿੱਚ ਇੱਦਾਂ ਮੇਰੇ ਮੌਮ ਨਾਲ ਹੋਇਆ ਆ, ਤੇ ਮੈਂ 2 ਤਾਂ ਇੱਥੇ ਸੁਜੈਸ਼ਨ ਦੇਣਾ ਚਾਹੂੰਗਾ ਤੇ ਇੱਕ ਡਾਕਟਰ ਸਾਹਿਬ ਨੂੰ ਐਂਡ ਤੇ ਸਵਾਲ ਪੁੱਛਦਾ ਆ। ਪਹਿਲਾਂ ਤਾਂ ਇਹੀ ਹੈ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਹਾਂ ਕੋਈ ਵੀ ਚੈਸਟ ਦੇ ਰਿਲੇਟਡ ਹੋ ਸਕਦਾ। ਪਹਿਲਾਂ ਅਸੀਂ ਜਦੋਂ 2-3 ਵਾਰੀ ਮੰਮੀ ਨੂੰ ਵੀ ਏਦਾਂ ਹੁੰਦਾ ਸੀ, ਕੋਈ ਵੀ ਰੈਗੂਲਰ ਕੰਮ ਕਰਦੇ ਸੀ, ਮੰਮੀ ਸੁਪਰ ਵੀਜ਼ੇ ਤੇ ਸੀਗੇ ਇੱਥੇ, ਤੇ ਕੋਈ ਵੀ ਕੰਮ ਕਰਦੇ ਸੀ, ਘਰੇ ਬੈਠਿਆਂ ਬੱਚਿਆਂ ਨਾਲ ਕਰਦੇ ਪਏ ਨੇ, ਇੱਕਦਮ ਉੱਠੇ ਆ ਜਾਂ ਕੁਛ ਚੱਕ ਲਿਆ ਭਾਰਾ, ਹਨਾ, ਤੇ ਉਹਨੂੰ ਹੁੰਦਾ ਸੀਗਾ ਪੇਨ ਵੀ ਨਹੀਂ ਸੀ ਹੁੰਦੀ, ਕੰਜੈਸ਼ਨ ਜੀ ਹੁੰਦੀ ਸੀਗੀ, ਹੈਵੀਨੈਸ ਹੁੰਦੀ ਸੀ ਚੈਸਟ ਦੇ ਵਿੱਚ, ਕੋਈ ਆਰਮ ਦੇ ਵਿੱਚ ਨਹੀਂ ਸੀ ਜਾਂਦੀ ਉਹਦੇ ਪੇਨ ਜਾਂ ਕੁਛ ਵੀ। ਐਂਡ ਤੱਕ ਵੀ ਉਹਨਾਂ ਨੂੰ ਡਾਕਟਰ ਇਹ ਪੁੱਛਦੇ ਰਹੇ ਵੀ ਪੇਨ ਤਾਂ ਨਹੀਂ ਹੁੰਦੀ ਹੈਗੀ, ਤੇ ਉਹ ਮੰਮੀ ਨੇ ਪਹਿਲਾਂ ਤਾਂ ਕਾਫੀ ਦਿਨ ਦੱਸਿਆ ਹੀ ਨਹੀਂ ਹੈਗਾ, ਕਾਫੀ ਵੀਕ ਹੋ ਗਏ, ਹਨਾ। ਮੰਮੀ ਸੀ ਜਿਵੇਂ ਆਪਣੇ ਪੇਰੈਂਟਸ ਕਹਿੰਦੇ ਨੇ ਵੀ ਗੈਸ ਬਣਦੀ ਆ, ਹਨਾ, ਤੇ ਉਹਦੇ ਕਰਕੇ ਐਸੀਡਿਟੀ ਕਰਕੇ ਹੋਣ ਲੱਗ ਜਾਂਦਾ। ਉਹ ਕਹਿੰਦੇ ਮੈਂ ਤਾਂ ਡਰਦੀ ਦੱਸਦੀ ਵੀ ਹਾਂ ਮੈਂ ਡਾਕਟਰ ਕੋਲ ਲੈ ਜਾਊਂਗੇ, ਤੁਸੀਂ ਤੁਹਾਨੂੰ ਖਰਚਾ ਪੈਣਾ ਆ। ਮੈਂ ਕਿਹਾ ਵੀ ਹੈਲਥ ਤੋਂ ਜ਼ਰੂਰੀ ਥੋੜਾ ਆ। ਤੇ ਸੋ ਕੁਛ ਵੀ ਤੁਹਾਨੂੰ ਏਦਾਂ ਦਾ ਲੱਗਦਾ ਆ ਵੀ ਤੁਹਾਨੂੰ ਸਪੈਸ਼ਲੀ ਜਦੋਂ ਤੁਹਾਨੂੰ ਪਤਾ ਵੀ ਤੁਹਾਨੂੰ ਕੋਲੈਸਟਰੋਲ ਦੀ ਪ੍ਰੋਬਲਮ ਆ, BP ਰਹਿੰਦਾ ਆ, ਫਿਰ ਕਦੇ ਵੀ ਇਸ ਚੀਜ਼ ਨੂੰ ਇਗਨੋਰ ਨਾ ਕਰੋ। ਅਸੀਂ ਬਿਲਕੁਲ ਐਂਡ ਮੂਮੈਂਟ ਤੇ ਜਾ ਕੇ ਕਹਿ ਲਓ ਵੀ ਚਲੋ ਬਚਾਅ ਰਹਿ ਗਿਆ ਕਾਫੀ, ਤੇ ਅਸੀਂ ਡਾਕਟਰ ਨੂੰ ਚੈੱਕ ਕਰਾਇਆ, ECG ਹੋਈ ਤੇ ਉਹ ਤੋਂ ਪਤਾ ਲੱਗਿਆ ਵੀ ਬਲੋਕੇਜ ਦੀ ਹੋ ਸਕਦੀ ਹੈ ਉਹ ਸ਼ਿਕਾਇਤ, ਤੇ ਐਮਰਜੈਂਸੀ ਗਏ, ਫਿਰ ਫੁੱਟਹਿਿਲਸ ਰੱਖਿਆ ਪਹਿਲਾਂ, ਫਿਰ NGO ਹੋਈ ਉੱਥੇ ਆਪਣੇ ਫੁੱਟਹਿਿਲਸ ਦੇ ਵਿੱਚ। ਤੇ ਇੱਕ ਤਾਂ ਇਹ ਆ ਵੀ ਇਗਨੋਰ ਨਾ ਕਰੋ, ਤੁਹਾਨੂੰ ਕੁਛ ਵੀ ਹੁੰਦਾ ਆ, ਹਨਾ, ਹਮੇਸ਼ਾ ਚੈੱਕ ਕਰਾਓ, ਪੈਸੇ ਇੰਪੋਰਟੈਂਟ ਨਹੀਂ ਹੈਗੇ ਤੇ ਹੈਲਥ ਨਾਲੋਂ ਜ਼ਿਆਦਾ। ਤੇ ਦੂਜਾ ਮੇਰੇ ਹੈਗਾ, ਜਿਨ੍ਹਾਂ ਦੇ ਪੇਰੈਂਟਸ ਉੱਥੇ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ ਆਉਂਦੇ ਨੇ, ਜਿਨ੍ਹਾਂ ਨੂੰ ਪਤਾ ਵੀ ਪਹਿਲਾਂ ਸਾਨੂੰ ਕੋਲੈਸਟਰੋਲ ਦੀ ਜਾਂ BP ਦੀ ਪ੍ਰੋਬਲਮ ਹੈਗੀ ਆ, ਆਪਣਾ ਪਹਿਲਾਂ ਤਾਂ ਇੰਡੀਆ ਤੋਂ ਹੀ ਫੁੱਲ ਚੈੱਕਅਪ ਕਰਵਾ ਕੇ ਆਓ, ਠੀਕ ਹੈ, ਤਾਂ ਕਿ ਤੁਹਾਨੂੰ ਪਤਾ ਹੋਵੇ ਵੀ ਉੱਥੇ ਜਾ ਕੇ ਨਹੀਂ ਪਤਾ ਤੁਹਾਨੂੰ ਕੈਨੇਡਾ ਜਾਂ ਜਿਹੜੇ ਵੀ ਕੰਟਰੀ ਜਾ ਰਹੇ ਤੁਸੀਂ ਨਹੀਂ ਪ੍ਰੋਬਲਮ ਆਊਗੀ, ਹਨਾ, ਕਿ ਉੱਦਾਂ ਦੀ। ਤੇ ਦੂਜਾ, ਜੇ ਤੁਹਾਨੂੰ ਪਤਾ ਵੀ ਏਦਾਂ ਦਾ ਹਾਰਟ ਦੇ ਰਿਲੇਟਡ ਹੈਗਾ, ਇੰਸ਼ੋਰੈਂਸ ਮਿਨੀਮਮ ਤੋਂ ਮਿਨੀਮਮ ਘੱਟੋ ਘੱਟ ਵੀ 3 ਲੱਖ ਤੋਂ ਉੱਪਰ ਦੀ ਇੰਸ਼ੋਰੈਂਸ ਜ਼ਰੂਰ ਕਰਵਾਓ, ਕਿਉਂਕਿ ਮੋਮ ਨੂੰ ਸੀਗੀ, ਸਾਨੂੰ ਪਤਾ ਨਹੀਂ ਸੀ ਪਹਿਲਾਂ, ਹਨਾ, ਤੇ ਸਿਰਫ BP ਦੀ ਪ੍ਰੋਬਲਮ ਸੀਗੀ ਤੇ ਕੋਲੈਸਟਰੋਲ ਸੀਗਾ ਹਾਈ ਉਹਨਾਂ ਦਾ, ਪਰ ਆਉਣ ਤੋਂ ਪਹਿਲਾਂ ਲਾਸਟ ਫੈਬਰਰੀ ਆਏ ਸੀ, ਕੋਈ ਪ੍ਰੋਬਲਮ ਨਹੀਂ ਸੀ, ECG ਵਗੈਰਾ ਸਾਰਾ ਕਰਵਾ ਕੇ ਆਏ ਸੀਗੇ। ਬਟ ਇੱਥੇ ਆ ਕੇ ਏਦਾਂ ਹੋਇਆ। ਹੁਣ 4 ਨਾਈਟਸ ਤਾਂ ਉਹ ਰਹੇ ਨੇ ਪੀਟਰਲੋਹਿਟ 'ਚ, ਫਿਰ ਕਿਉਂਕਿ ਓਵਰ ਦਾ ਵੀਕਐਂਡ ਆ ਗਿਆ ਸੀਗਾ, NGO ਹੋਣੀ ਨਹੀਂ ਸੀ ਮੰਡੇ ਟਿਊਜ਼ਡੇ ਤੋਂ ਪਹਿਲਾਂ ਫੁੱਟਹਿਿਲਸ 'ਚ, ਤੇ ਫਿਰ ਫੁੱਟਹਿਿਲਸ ਰਹੇ ਨੇ 3 ਨਾਈਟਾਂ। ਤੋ ਇੰਸ਼ੋਰੈਂਸ ਵਾਲੇ ਨਾਲ ਗੱਲ ਹੋਈ ਤੇ ਮੈਂ ਸਿਰਫ ਲਈ ਹੋਈ ਸੀ 1 ਲੱਖ ਦੀ ਇੰਸ਼ੋਰੈਂਸ, ਤੇ ਇੰਸ਼ੋਰੈਂਸ ਨਾਲ ਗੱਲ ਹੋਈ ਵੀ ਪੀਟਰਲੋਹਿਟ ਵਾਲੇ ਕਿੰਨਾ ਬਿੱਲ ਵਧਾਇਆ, ਸਿਰਫ 4 ਨਾਈਟਸ ਦਾ ਜੋ ਇੰਸ਼ੋਰੈਂਸ ਵਾਲਿਆਂ ਨੇ ਦੱਸਿਆ, ਹਜੇ ਫਾਈਨਲ ਕੁਛ ਨਹੀਂ ਹੋਇਆ ਇੰਸ਼ੋਰੈਂਸ ਦਾ, $35,000 ਸਿਰਫ 4 ਨਾਈਟਸ ਦਾ, ਉਹ ਵੀ ਰੈਗੂਲਰ ਯੂਨਿਟ, ICU 'ਚ ਨਹੀਂ, ਕੁਛ ਨਹੀਂ। ਫਿਰ ਇੱਥੋਂ ਮੈਂ ਡਾਕਟਰ ਤੋਂ ਕਰਵਾ ਕੇ ਸਾਰੀ ਗੱਲਬਾਤ ਉਹਨਾਂ ਨਾਲ ਇੰਡੀਆ ਭੇਜਿਆ, ਉਹਨਾਂ ਨੂੰ ਉੱਥੇ ਫੋਰਟੀਜ਼ ਚੰਡੀਗੜ੍ਹ 'ਚ ਉਹਨਾਂ ਦਾ ਆਪਰੇਟ ਹੋ ਗਿਆ ਆ। ਤੇ ਸੋ ਇੰਨੇ ਪੈਸੇ ਲੱਗ ਜਾਂਦੇ ਆ। ਸੋ ਪਹਿਲਾਂ ਤਾਂ ਵੀ ਇਗਨੋਰ ਨਾ ਕਰੋ। ਦੂਜਾ, ਜੇ ਤੁਹਾਨੂੰ ਲੱਗਦਾ ਵੀ ਆਹ ਚੀਜ਼ਾਂ ਹੈਗੀਆਂ ਨੇ, 2 ਇੰਸ਼ੋਰੈਂਸ ਜ਼ਰੂਰ ਆਪਣੀ ਲੈ ਕੇ ਰੱਖੋ। ਤੀਜਾ ਮੇਰਾ ਸਵਾਲ ਡਾਕਟਰ ਸਾਹਿਬ ਨੂੰ, ਵੀ ਜਿਵੇਂ ਹੁਣ ਮੋਮ ਦਾ ਉਹਨਾਂ ਨੇ ਓਪਨ ਹਾਰਟ ਸਰਜਰੀ
2 ਬਾਈਪਾਸ ਹੋਏ ਆ ਉਹਨਾਂ ਦੇ। ਇੱਕ ਤਾਂ ਉਹਨਾਂ ਦੀ ਸੀਗੀ ਫੁੱਲੀ ਬਲੌਕ ਸੀ 100% ਤੇ ਦੂਜਾ 90% ਸੀ, ਉਹ ਵੀ ਉਹਨਾਂ ਨੇ ਬਾਈਪਾਸ ਕੀਤਾ। ਉੱਥੇ ਫੋਰਟਿਸ ਹਸਪੀਟਲ ਮੇ ਵੀ ਸ਼ਾਇਦ ਡਾਕਟਰ ਸਾਹਿਬ ਜਾਣਦੇ ਹੋਣਗੇ, TS ਮਹੰਤ ਹੈਗੇ ਡਾਕਟਰ, ਉਹਨਾਂ ਤੋਂ ਕਰਵਾਇਆ। ਸੋ ਇਹ ਮੇਰਾ ਕੁਐਸਚਨ ਆ ਵੀ ਜਿਵੇਂ ਹੁਣ ਉਹਨਾਂ ਦਾ ਬਾਈਪਾਸ ਦੋਨੋਂ ਹੋਇਆ, ਇਹਦਾ ਫਿਊਚਰ ਦੇ ਵਿੱਚ ਕਿੰਨਾ ਕੁ ਚਾਂਸਿਸ ਦੁਬਾਰੇ ਹੈਗੇ ਨੇ ਵੀ ਦੁਬਾਰੇ ਬਲੋਕੇਜ ਹੋ ਸਕਦੀ ਆ ਸੇਮ ਉਹਨਾਂ ਦੇ ਵਿੱਚ, ਜਾਂ ਵੀ ਏਦਾਂ ਦਾ ਕੁਝ ਵੀ ਹੋਵੇ? Right. Thank you so much, Jasprit. Thank you ਜੀ। Thank you for the suggestions as well. ਤੇ ਜਸਪ੍ਰੀਤ ਜੀ ਨੇ ਜਿਹੜਾ ਸਵਾਲ ਪੁੱਛਿਆ ਡਾਕਟਰ ਸਾਹਿਬ। ਹਾਂਜੀ, ਪਹਿਲਾਂ ਤਾਂ ਮੈਂ ਕਹਾਂਗਾ ਵੀ ਜਸਪ੍ਰੀਤ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਜਿਹੜੀ ਉਹਨਾਂ ਨੇ ਸਾਰੀ ਆਪਣੇ ਮਦਰ ਦੀ ਕਲੀਨਿਕਲ ਹਿਸਟਰੀ ਤੁਸੀਂ ਕਹਿ ਲਓ ਵੀ ਦੱਸੀ ਹੈ, ਉਹ ਬੜਾ ਟਿਪੀਕਲ ਆਪਣੇ ਕਲਚਰ ਦਾ ਬੜੀ ਟਿਪੀਕਲ ਪ੍ਰੈਜੈਂਟੇਸ਼ਨ ਸੀ। ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟਰੋਲ ਸਾਡੇ ਲੋਕਾਂ 'ਚ ਬੜਾ ਕਾਮਨ ਹੈ। ਔਰ ਉੱਪਰ ਦੀ ਜਿਹੜੀ ਕਿ ਉਹਨਾਂ ਦੀ ਰਿਐਕਸ਼ਨ ਜਦੋਂ ਉਹਨਾਂ ਨੂੰ ਸਿੰਪਟਮ ਹੁੰਦੇ ਸੀ, ਜਿੱਦਾਂ ਆਪਾਂ ਗੱਲ ਕਰਦੇ ਸੀ ਵੀ ਛਾਤੀ 'ਚ ਟਾਈਟ ਹੁੰਦਾ, ਵੀ ਮੈਨੂੰ ਗੈਸ ਬਣ ਗਈ, ਔਰ ਉੱਪਰ ਦੀ ਪੇਰੈਂਟਸ ਦਾ ਫਿਕਰਮੰਦ ਰਹਿਣਾ ਵੀ ਜੇ ਮੈਂ ਕੰਮ 'ਤੇ ਜਾਂਦੇ ਹੈ, ਕੰਮ ਕਿੰਨਾ ਕਰਦੇ ਨੇ ਬੱਚੇ। ਔਰ ਸਾਡੇ ਲਈ ਵੀ ਥੋੜ੍ਹਾ ਜਿਹਾ ਅਫਸੋਸਜਨਕ ਜਿਹਾ ਲੱਗਦਾ ਹੁੰਦਾ ਜਦੋਂ ਅਸੀਂ ਆਪਣੇ ਮਰੀਜ਼ ਨਾਲ ਜਾਂ ਐਲਡਰਲੀ ਪੇਰੈਂਟਸ ਨਾਲ ਗੱਲ ਕਰਦੇ ਹਾਂ ਵੀ ਤੁਹਾਨੂੰ ਟੈਸਟ ਕਰਾਉਣੇ ਚਾਹੀਦੇ, ਉਹ ਕਹਿੰਦੇ ਕਿ ਮੈਨੂੰ ਲੈ ਕੇ ਜਾਣ ਵਾਲਾ ਕੋਈ ਹੈ ਨਹੀਂ। ਤਾਂ ਐਜ਼ ਏ ਡਾਕਟਰ ਮੈਨੂੰ ਫੀਲ ਹੁੰਦਾ ਵੀ ਸਭ ਤੋਂ ਜ਼ਰੂਰੀ ਸਾਡਾ ਜ਼ਿੰਦਗੀ 'ਚ ਹਿੱਸਾ ਹੈ ਵੀ ਜ਼ਿੰਮੇਵਾਰੀ ਹੈ ਇੱਕ ਦੂਜੇ ਦੀ ਸੰਭਾਲ ਕਰਨੀ। ਜੇ ਅਸੀਂ ਆਪਣੇ ਪਰਿਵਾਰ ਨੂੰ ਜਾਂ ਦੂਜੇ ਇਨਸਾਨਾਂ ਨੂੰ ਸੰਭਾਲ ਨਹੀਂ ਕਰ ਸਕਾਂਗੇ, ਮੈਨੂੰ ਲੱਗਦਾ ਕਿ ਲਾਈਫ ਦਾ ਹੋਰ ਕੋਈ ਮੋਟਿਵ ਬਹੁਤਾ ਕੋਈ ਵੱਡਾ ਰਹਿ ਨਹੀਂ ਗਿਆ। ਸਾਨੂੰ ਸਪੋਰਟ ਕਰਨੀ ਪੈਂਦੀ ਇੱਕ ਦੂਜੇ ਦੀ, ਆਪਣੇ ਪਰਿਵਾਰ ਦੀ ਤਾਂ ਸਭ ਤੋਂ ਵੱਡੀ ਪਹਿਲਾਂ ਗੱਲ ਹੈ। ਸੋ ਇਹ ਬੜਾ ਇਹਨਾਂ ਨੇ ਜਸਪ੍ਰੀਤ ਹੋਣਾ ਨੇ ਉਹ ਇਸ ਚੀਜ਼ ਦੇ ਵਿੱਚ ਐਕਸਪਲੇਨ ਕੀਤਾ ਕਿ ਆਪਾਂ ਘਰਾਂ 'ਚ ਕਿੱਦਾਂ ਸੋਚਦੇ ਹਾਂ ਅਤੇ ਕਿੱਦਾਂ ਹੁੰਦਾ। ਫਿਰ ਇਹਨਾਂ ਨੇ ਇੰਸ਼ੋਰੈਂਸ ਦੀ ਗੱਲ ਕੀਤੀ। ਸਾਡੇ ਲਈ ਬਹੁਤ ਕਾਮਨ ਹੈ ਹੌਸਪੀਟਲ ਦੇ ਵਿੱਚ ਸਿਨੈਰੀਓ ਦੇਖਣਾ ਕਿ ਜਦੋਂ ਫਾਈਨੈਂਸ਼ੀਅਲ ਸਿਚੁਏਸ਼ਨ ਇੱਦਾਂ ਦੀ ਬਣ ਜਾਂਦੀ ਹੈ ਕਿ ਉਹਨਾਂ ਕੋਲ ਕੋਈ ਡਾਕੂਮੈਂਟ ਹੁੰਦਾ ਨਹੀਂ। ਔਰ ਸਿੰਪਲ ਜੀ ਗੱਲ ਹੈ, ਇੱਥੇ ਆਪਾਂ ਕੋਈ ਸਿੰਪਲ ਕੰਮ ਵੀ ਕਰਾਉਂਦੇ ਹਾਂ ਤਾਂ ਉਹ ਕਿੰਨਾ ਮਹਿੰਗਾ ਲੱਗਦਾ, ਠੀਕ ਹੈ। ਔਰ ਜੇ ਤੁਸੀਂ ਡਾਕਟਰੀ ਸਿਸਟਮ ਦੇ ਵਿੱਚ ਜਾਣਾ ਹੈ, ਇਲਾਜ ਕਰਾਉਣਾ, ਉਹ ਤਾਂ ਬਹੁਤ ਕੋਸਟਲੀ ਹੈ, ਕੋਈ ਨਹੀਂ ਮੈਨੂੰ ਲੱਗਦਾ ਅਫੋਰਡ ਕਰ ਸਕਦਾ। ਸੋ ਇਹ ਬਹੁਤ ਚੰਗਾ ਕੀਤਾ ਉਹਨਾਂ ਨੇ ਉਸ ਆਪਣੇ ਸਿਨੈਰੀਓ ਦੇ ਵਿੱਚ ਕਿੰਨਾ ਕੁਛ ਐਕਸਪਲੇਨ ਕੀਤਾ ਜੋ ਸਾਡੀਆਂ ਰੀਅਲ ਪ੍ਰੋਬਲਮਸ ਆਉਂਦੀਆਂ। ਫਿਰ ਉਹ ਤੋਂ ਬੋਟਮ ਲਾਈਨ ਜਾਂਦੀ ਹੈ ਕਿ ਜਦੋਂ ਸਿੰਪਟਮ ਹੁੰਦੇ ਆ ਤੁਸੀਂ ਇਗਨੋਰ ਨਾ ਕਰੋ, ਜ਼ਰੂਰ ਡਿਸਕਸ ਕਰੋ, ਕੋਸ਼ਿਸ਼ ਕਰੋ ਆਪਣੇ ਮਾਂ-ਬਾਪ ਨੂੰ ਆਪ ਨਾਲ ਲੈ ਕੇ ਜਾਓ ਕਿਉਂਕਿ ਭਾਸ਼ਾ ਦੀ ਵੀ ਪ੍ਰੋਬਲਮ ਹੁੰਦੀ ਹੈ। ਔਰ ਜੇ ਤੁਸੀਂ ਨਹੀਂ ਹੈਗੇ ਜਾਂ ਤੁਹਾਨੂੰ ਨੁਕਸਾਨ ਹੋ ਜਾਂਦਾ ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤੀਆਂ ਚੀਜ਼ਾਂ ਜਿਹੜੀਆਂ ਹੈ ਉਹਨਾਂ ਦਾ ਕੋਈ ਮਤਲਬ ਰਹਿ ਨਹੀਂ ਜਾਂਦਾ। ਬਾਕੀ ਜਿਹੜਾ ਇਹਨਾਂ ਨੇ ਕੁਐਸਚਨ ਪੁੱਛਿਆ ਕਿ ਉਹਨਾਂ ਦੇ ਹੁਣ ਬਾਈਪਾਸਿਸ ਹੋਏ ਨੇ, ਜਿਹੜਾ ਉਹ ਜਸਪ੍ਰੀਤ ਉਹਨਾਂ ਨੂੰ ਮੈਂ ਕਹਾਂਗਾ ਉਹ ਡਿਪੈਂਡ ਕਰਦਾ ਹੈ ਕਿ ਬਾਈਪਾਸਿਸ ਕਿੱਦਾਂ ਦੇ ਬਾਈਪਾਸ ਕੀਤੇ ਆ। ਕਿ ਦੋ ਮੇਜਰ ਤਰ੍ਹਾਂ ਦੇ ਬਾਈਪਾਸਿਸ ਹੁੰਦੇ ਆ। ਇੱਕ ਤਾਂ ਜਿਹੜੀਆਂ ਬਲੱਡ ਵੈਸਲਸ ਹੁੰਦੀਆਂ ਜਿੱਦਾਂ ਅਸੀਂ ਟੈਕਨੀਕਲੀ ਕਹਿੰਦੇ ਹਾਂ ਵੇਨਸ ਹੁੰਦੀਆਂ, ਦੂਜੇ ਪਾਸੇ ਆਰਟੀਰੀਅਲ ਬਾਈਪਾਸਿਸ ਹੁੰਦੇ ਆ। ਜਿਹੜੇ ਵੇਨਸ ਦਾ ਲਾਈਫ ਸਪੈਨ ਦੂਜੀਆਂ ਆਰਟੀਰੀਅਲ ਬਾਈਪਾਸਿਸ ਨਾਲੋਂ ਘੱਟ ਹੁੰਦਾ ਹੈ ਕਿਉਂਕਿ ਆਰਟੀਰੀਅਲ ਬਾਈਪਾਸਿਸ ਦੇ ਵਿੱਚ ਮੋਸਟਲੀ ਉਹ ਨਾੜ ਆਪਣੀ ਲੈਂਦੇ ਹੈਗੇ ਆ ਆਮ ਦੇ ਵਿੱਚੋਂ। ਸੋ ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਕਿੱਦਾਂ ਦੇ ਬਾਈਪਾਸ ਹੋਏ, ਕਿੱਦਾਂ ਦੇ ਉਹਨਾਂ ਨੇ ਬਾਈਪਾਸ ਲਗਾਏ ਹੈ। ਸੋ ਬੇਸਡ ਔਨ ਮੈਨੂੰ ਤਾਂ ਇਹ ਐਕਸਪੈਕਟ ਕਰਾਂਗਾ ਕਿ ਮੋਸਟ ਲਾਈਕਲੀ ਜਦ ਤੱਕ ਉਹ ਰੈਗੂਲਰਲੀ ਆਪਣੀ ਦਵਾਈ ਲੈਂਦੇ ਰਹਿਣਗੇ, ਆਪਣੀ ਕੋਲੈਸਟਰੋਲ ਕੰਟਰੋਲ ਰੱਖਣਗੇ, ਬਲੱਡ ਪ੍ਰੈਸ਼ਰ ਕੰਟਰੋਲ ਰੱਖਣਗੇ, ਸ਼ੂਗਰ ਹੈ ਜੇ ਉਹਨੂੰ ਵੀ ਕੰਟਰੋਲ ਰੱਖਣਗੇ, ਔਰ ਫਿਜ਼ੀਕਲੀ ਐਕਟੀਵਿਟੀ ਕਿ ਮੋਸਟ ਲੋਕਾਂ 'ਚ ਇਹ ਬਾਈਪਾਸ ਜਿਹੜੇ ਲਾਈਫ ਲੌਂਗ ਉਹ ਰਹਿਣਗੇ। ਬਾਕੀ ਡਿਪੈਂਡਿੰਗ ਅਪੋਨ ਕਿੱਦਾਂ ਦੇ ਉਹ ਬਾਈਪਾਸ ਲਗਾਏ ਨੇ। ਮੈਂ ਨਾ ਇੱਕ ਇਹੀ ਆਰਟੀਕਲ ਜਿਹੜਾ ਉਹ ਪੜ੍ਹਿਆ, ਕਹਿੰਦੇ ਕਿ ਮੈਨ ਐਂਡ ਵੂਮਨ ਦੇ ਸਿੰਪਟਮਸ ਵੈਨ ਇਟ ਕਮਸ ਟੂ ਹਾਰਟ ਪ੍ਰੋਬਲਮਸ ਜਾਂ ਹਾਰਟ ਅਟੈਕ ਹੋ ਰਿਹਾ ਹੋਵੇ ਉਹ ਡਿਫਰੈਂਟ ਹੈ। ਇੱਕ ਹੋਰ ਮੈਡੀਕਲ ਇੰਡਸਟਰੀ ਦੀ ਜੇਕਰ ਗੱਲ ਕਰ ਲਈ ਜਾਵੇ, ਬਹੁਤ ਸਾਰੀਆਂ ਰਿਸਰਚਿਸ ਜਿਹੜੀਆਂ ਕੀਤੀਆਂ ਜਾਂਦੀਆਂ ਉਹ ਮੈਨ ਫੋਕਸਡ ਹੋਈਆਂ ਹਾਰਟ ਨੂੰ ਲੈ ਕੇ। ਅਤੇ ਆਈ ਵਾਜ਼ ਅਮੇਜ਼ਡ ਟੂ ਰੀਡ ਦੈਟ ਕਿ ਵੂਮਨ ਨੂੰ ਕਿਉਂਕਿ ਸਟੱਡੀ ਦਾ ਸਬਜੈਕਟ ਨਹੀਂ ਬਣਾਇਆ ਗਿਆ ਬਹੁਤੀਆਂ ਸਟੱਡੀਜ਼ ਦੇ ਵਿੱਚ, ਤਾਂ ਇਸੇ ਕਰਕੇ ਸ਼ਾਇਦ ਉਹਨਾਂ ਦੇ ਸਿੰਪਟਮਸ ਸਮਝਣ 'ਚ ਸਮੱਸਿਆ ਹੈ। ਸਿੰਪਟਮ ਸਮਝਣ 'ਚ ਤੁਸੀਂ ਕਹਿੰਦੇ ਹੋ ਕਿ ਹਾਂ ਠੀਕ ਹੈ ਤੁਹਾਡੀ ਗੱਲ ਬਈ ਬਹੁਤਾ ਮੈਡੀਕਲ ਲਿਟਰੇਚਰ 'ਚ ਜੇ ਆਪਾਂ ਪੁਰਾਣੀਆਂ ਸਟੱਡੀਜ਼ ਦੇਖਦੇ ਹਾਂ ਜਾਂ ਪੁਰਾਣਾ ਲਿਟਰੇਚਰ ਦੇਖਦੇ ਹਾਂ, ਤੁਹਾਡੀ ਗੱਲ ਸਹੀ ਸੀ ਕਿ ਪਰਟੀਕੂਲਰ ਪਾਪੂਲੇਸ਼ਨ ਨੂੰ ਸਟੱਡੀ ਕੀਤਾ ਜਾਂਦਾ ਸੀ। ਪਰ ਹੁਣ ਟਾਈਮ ਚੇਂਜ ਹੋ ਗਿਆ।
ਹੁਣ ਇਕੁਅਲ ਪ੍ਰਪੋਰਸ਼ਨ ਜਿਹੜੀ ਹੈ ਜੈਂਡਰ ਬੇਸਡ ਜਿਸ ਵੀ ਕ੍ਰਾਈਟੀਰੀਆਸ ਹੈਗੇ ਨੇ ਕਿ ਇਕੁਅਲ ਰਿਪਰੈਜ਼ੈਂਟੇਸ਼ਨ ਦੀ ਕੋਸ਼ਿਸ਼ ਹੁੰਦੀ ਹੈ। ਤੁਹਾਡੀ ਗੱਲ ਸਹੀ ਹੈ ਕਿ ਵੂਮਨ ਦੇ ਵਿੱਚ ਅਸੀਂ ਜ਼ਰੂਰ ਥੋੜ੍ਹਾ ਜਿਹਾ ਸਾਈਡ ਤੋਂ ਹੋ ਕੇ ਵੀ ਦੇਖਦੇ ਹਾਂ, ਕੁਛ ਏਟਿਪੀਕਲ ਸਿੰਪਟਮਸ ਹੁੰਦੇ ਜਿਹੜੇ ਕਿ ਵੂਮਨ ਜ਼ਿਆਦਾ ਪ੍ਰੈਜ਼ੈਂਟ ਕਰਦੀਆਂ ਵਰਸਸ ਐਜ਼ ਕੰਪੇਅਰ ਟੂ ਮੈਨ। ਪਰ ਹੁਣ ਸਾਇੰਟੀਫਿਕ ਜਿਹੜੇ ਐਕਸਪਰਟ ਨੇ ਉਹ ਇਸ ਚੀਜ਼ ਨੂੰ ਅਵੇਅਰ ਨੇ। ਕਿਸੇ ਤਰ੍ਹਾਂ ਦੇ ਵੀ ਤੁਹਾਡੇ ਸਿੰਪਟਮਸ ਜਿਹੜੇ ਹੈਗੇ ਉਹ ਥੋਰਲੀ ਇਨਵੈਸਟੀਗੇਟ ਕੀਤੇ ਜਾਂਦੇ ਨੇ। ਪਰ ਤੁਸੀਂ ਰਾਈਟ ਹੋ ਕਿ ਪੁਰਾਣੇ ਸਟੱਡੀਜ਼ ਦੇ ਵਿੱਚ, ਪੁਰਾਣੇ ਲਿਟਰੇਚਰ ਦੇ ਵਿੱਚ ਜਿਹੜੀ ਪਰਟੀਕੂਲਰ ਜੈਂਡਰ ਕਹਿ ਲਓ ਤਾਂ ਤੁਸੀਂ ਉਹ ਜ਼ਿਆਦਾ ਰਿਫਲੈਕਟ ਹੁੰਦਾ ਸੀਗਾ ਵਰਸਸ ਅਦਰ ਜੈਂਡਰਸ ਨਾਲੋਂ। ਜੀ, ਸਪੋਰਟਸ ਫੀਲਡ 'ਤੇ ਕਿਸੇ ਦਾ ਕਲੈਪਸ ਕਰ ਜਾਣਾ, ਸ਼ਬਦ ਕੀਰਤਨ ਕਰਦਿਆਂ ਹੋਇਆ ਕਿਸੇ ਰਾਗੀ ਦਾ ਕਲੈਪਸ ਕਰ ਜਾਣਾ, ਸਟੇਜ ਪਰਫੋਰਮੈਂਸ ਦਿੰਦਿਆਂ ਕਿਸੇ ਸਿੰਗਰ ਦਾ ਕਲੈਪਸ ਕਰ ਜਾਣਾ, ਜਦੋਂ ਅਜਿਹੀਆਂ ਵੱਡੀਆਂ ਖਬਰਾਂ ਆਉਂਦੀਆਂ, ਨੋ ਡਾਊਟ ਇਹ ਆਮ ਵਿਅਕਤੀਆਂ ਨਾਲ ਵੀ ਹੁੰਦਾ, ਪਰ ਕੀ ਇਹ ਪ੍ਰੋਬਲਮ ਜਿਹੜੀ ਇੱਕਦਮ ਵੀ ਆ ਸਕਦੀ ਆ ਹਾਰਟ ਅਟੈਕ ਦੀ? ਹਾਂਜੀ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਸ ਡਿਜ਼ੀਜ਼ ਦੇ ਜਿਹੜੇ ਸਿੰਪਟਮਸ ਨੇ ਉਹ ਕਾਫੀ ਵੱਡਾ ਸਪੈਕਟਰਮ ਹੈ। ਉਹ ਸਪੈਕਟਰਮ ਸ਼ੁਰੂ ਹੁੰਦਾ ਹੈ ਪਹਿਲਾਂ ਕਿ ਤੁਹਾਨੂੰ ਕੋਈ ਸਿੰਪਟਮ ਹੈ ਹੀ ਨਹੀਂ, ਠੀਕ ਹੈ, ਔਰ ਦੂਜਾ ਸਿੰਪਟਮ ਦੂਜੀ ਥਾਂ ਲੈਵਲ 'ਤੇ ਜਾਂਦੇ ਆ ਜਿਵੇਂ ਕਿ ਤੁਹਾਨੂੰ ਸਿੰਪਟਮ ਆ ਰਹੇ ਨੇ, ਔਰ ਸਭ ਤੋਂ ਸੀਰੀਅਸ ਸਿੰਪਟਮ ਜਿਹੜੇ ਹੁੰਦੇ ਕਿ ਜਿਵੇਂ ਹਾਰਟ ਅਟੈਕ ਹੋ ਜਾਣਾ, ਔਰ ਉਸ ਤੋਂ ਸੀਰੀਅਸ ਜਿਵੇਂ ਕਿ ਮੌਕੇ 'ਤੇ ਮੌਤ ਹੋ ਜਾਣੀ। ਅਫਕੋਰਸ ਆਪਾਂ ਇਹ ਨੋਟ ਕਰਦੇ ਹਾਂ ਕਿ ਸਡਨ ਕਾਰਡਿਕ ਅਰੈਸਟ ਜਿਹੜੀ ਹੋ ਗਈ ਹੈ, ਡੈਥ ਹੋ ਗਈ ਹੈ ਬਹੁਤ ਲੋਕਾਂ ਦੇ ਵਿੱਚ। ਇਸੇ ਲਈ ਜਿਹੜੇ ਜ਼ਿਆਦਾ ਸਕਰੀਨਿੰਗ ਪ੍ਰੋਗਰਾਮ ਬਣੇ ਆ, ਇਸੇ ਲਈ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਤੁਸੀਂ ਹਰ 3 ਤੋਂ 5 ਸਾਲ ਬਾਅਦ ਆਪਣੇ ਡਾਕਟਰ ਕੋਲ ਬੈਠੋ। ਉਹਨਾਂ ਨੂੰ ਤੁਹਾਡੇ ਡਾਕਟਰ ਸਾਹਿਬ ਤੁਹਾਡੀ ਅਸੈਸ ਕਰਨਗੇ ਤੁਹਾਡਾ ਰਿਸਕ ਕਿੰਨਾ ਹਾਰਟ ਡਿਜ਼ੀਜ਼ ਦਾ, ਬੇਸਡ ਔਨ ਤੁਹਾਡਾ ਰਿਸਕ ਪ੍ਰੋਫਾਈਲ ਕੀ ਹੈ, ਜਿਹਦੇ ਵਿੱਚ ਤੁਸੀਂ ਡਾਇਬੀਟੀਜ਼ ਹੈਗੀ ਹੈ, ਬਲੱਡ ਪ੍ਰੈਸ਼ਰ ਹੈਗਾ, ਕੋਲੈਸਟਰੋਲ ਹੈਗਾ, ਫਿਜ਼ੀਕਲ ਐਕਟੀਵਿਟੀ ਲੈਵਲ ਹੈਗਾ, ਜਾਂ ਹੋਰ ਡਿਜ਼ੀਜ਼ ਕੰਡੀਸ਼ਨਸ ਹੈਗੀਆਂ ਕਿ ਫੈਮਿਲੀ ਹਿਸਟਰੀ ਹੈਗੀ ਹੈ। ਉਹ ਸਾਡੇ ਕੋਲ ਫਾਰਮੂਲਾਜ਼ ਵਗੈਰਾ ਹੁੰਦੇ ਹੈਗੇ ਆ, ਮਲਟੀਪਲ ਫਾਰਮੂਲਾਜ਼ ਅਵੇਲੇਬਲ ਨੇ। ਉਹ ਸਾਡਾ ਤੁਹਾਨੂੰ ਦੱਸਦੇ ਆ ਕਿ ਰਿਸਕ ਫੈਕਟਰਸ ਕੀ ਹੈ। ਬੇਸਡ ਔਨ ਰਿਸਕ ਫੈਕਟਰਸ ਤੁਹਾਡੀ ਜੋ ਕੰਡੀਸ਼ਨ ਹੈ ਉਹਦੇ ਹਿਸਾਬ ਨਾਲ ਤੁਸੀਂ ਇਲੈਕਟਿਵਲੀ ਟੈਸਟ ਕਰ ਸਕਦੇ ਆ। ਡਾਕਟਰ ਸਾਹਿਬ ਤੁਹਾਡੇ ਰੈਫਰ ਕਰ ਸਕਦੇ ਆ। ਕਈ ਤਰ੍ਹਾਂ ਦੇ ਟੈਸਟ ਅਵੇਲੇਬਲ ਨੇ, ਜਿਵੇਂ ਸਟ੍ਰੈਸ ਟੈਸਟ ਹੋ ਗਿਆ, ਸਟ੍ਰੈਸ ਥੈਲੀਅਮ ਸਕੈਨ ਹੋ ਗਿਆ, ਔਰ ਐਂਜੀਓਗ੍ਰਾਮ ਹੋ ਗਿਆ, CT ਸਕੈਨ ਹੋ ਗਿਆ। ਸੋ ਬਹੁਤ ਟੈਸਟ ਅਵੇਲੇਬਲ ਨੇ ਕਿ ਜਿਹੜੇ ਹੋ ਸਕਦਾ ਹੈ ਜੇ ਤੁਹਾਨੂੰ ਕੋਈ ਸਿੰਪਟਮ ਨਹੀਂ ਹੈ ਤਾਂ ਫਿਰ ਵੀ ਉਹ ਹੈਲਪ ਕਰਨਗੇ ਡਿਜ਼ੀਜ਼ ਨੂੰ ਐਸਟੈਬਲਿਸ਼ ਕਰਨ ਲਈ ਕਿ ਐਸਟੈਬਲਿਸ਼ ਡਿਜ਼ੀਜ਼ ਜਿਹੜੀ ਹੈਗੀ ਹੈ ਉਹ ਛੇਤੀ ਡਾਇਗਨੋਸਿਸ ਹੋ ਸਕਦਾ ਹੈ ਔਰ ਟ੍ਰੀਟਮੈਂਟ ਤੁਸੀਂ ਸਟਾਰਟ ਕਰ ਦਿਓ ਕਿ ਇਸ ਕੰਡੀਸ਼ਨ 'ਤੇ ਤੁਸੀਂ ਨਾ ਪਹੁੰਚੋ। ਸੱਤੀ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਕਿ ਐਸਪਰੀਨ 80 ਉਹ ਲੈਂਦੇ ਆ, ਡਾਕਟਰ ਸਾਹਿਬ ਨੂੰ ਪੁੱਛੋ ਕਿ 3 ਟਾਈਮਸ ਅ ਵੀਕ ਲੈ ਰਹੇ ਆ, ਠੀਕ ਹੈ ਕੋਈ ਗੱਲ ਨਹੀਂ। ਦੇਖੋ ਗੁਰਪ੍ਰੀਤ, ਜਿੱਦਾਂ ਟਾਈਮ ਨਾਲ ਥੋੜ੍ਹੀ ਐਸਪਰੀਨ ਦੀ ਜਿਹੜੀ ਰਿਕਮੈਂਡੇਸ਼ਨ ਹੈ ਉਹ ਟਾਈਮ ਨਾਲ ਚੇਂਜ ਹੋਈ ਹੈ। ਪਹਿਲਾਂ ਸਾਰਿਆਂ ਨੂੰ ਅਕਸਰ ਸਾਰਿਆਂ ਨੂੰ ਤੁਹਾਨੂੰ ਹਾਰਟ ਡਿਜ਼ੀਜ਼ ਹੈ ਜਾਂ ਨਹੀਂ ਹੈ, ਸਟ੍ਰੋਕ ਦੀ ਸ਼ਿਕਾਇਤ ਹੈ ਕਿ ਨਹੀਂ ਹੈ, ਸਭ ਐਸਪਰੀਨ ਡੇਲੀ ਇੱਕ ਬੇਬੀ ਐਸਪਰੀਨ ਜਿਹੜੇ ਕਹਿੰਦੇ ਛੋਟੀ ਮਾਤਰਾ ਦੀ, ਉਹਨੂੰ ਬੇਬੀ ਐਸਪਰੀਨ ਕਹਿੰਦੇ, ਉਹ ਲੈਂਦੇ ਸੀਗੇ ਔਰ ਰਿਕਮੈਂਡ ਕੀਤਾ ਜਾਂਦਾ ਸੀ, ਕਿਉਂਕਿ ਸਾਨੂੰ ਇਹ ਪਤਾ ਹੈ ਕਿ ਐਸਪਰੀਨ ਲੈਣ ਨਾਲ ਸਟ੍ਰੋਕ ਅਤੇ ਹਾਰਟ ਅਟੈਕ ਪ੍ਰੀਵੈਂਟ ਹੁੰਦੇ ਨੇ। ਪਰ ਕੁਐਸਚਨ ਰੇਜ਼ ਇਹ ਹੁੰਦਾ ਹੈ ਕਿ ਜਦੋਂ ਆਪਾਂ ਸਾਰਿਆਂ ਨੂੰ ਹੀ ਐਸਪਰੀਨ ਦਿੰਦੇ ਹਾਂ ਬਸ਼ਰਤੇ ਤੁਹਾਨੂੰ ਹਾਰਟ ਡਿਜ਼ੀਜ਼ ਹੈ ਜਾਂ ਨਹੀਂ ਹੈ, ਦਾ ਪ੍ਰੋਬਲਮ ਜਿਹੜੀ ਕ੍ਰੀਏਟ ਹੁੰਦੀ ਹੈ ਜਦੋਂ ਅਸੀਂ ਜਨਰਲ ਪਬਲਿਕ ਨੂੰ ਇਹ ਰਿਕਮੈਂਡੇਸ਼ਨ ਕਰਦੇ ਹਾਂ ਤਾਂ ਇਹ ਕੋਈ ਵੀ ਜਿਹੜੀ ਮੈਡੀਕਲ ਦੇ ਮੈਡੀਸਿਨ ਦੀ ਪ੍ਰੈਕਟਿਸ ਵਿੱਚ ਇੰਟਰਵੈਂਸ਼ਨ ਹੈ ਉਹ ਸਾਰੀਆਂ ਸੇਫ 100% ਸੇਫ ਨਹੀਂ ਹੁੰਦੀਆਂ, ਉਹਨਾਂ ਦੇ ਸਾਈਡ ਇਫੈਕਟਸ ਵੀ ਹੁੰਦੇ ਨੇ। ਹੁਣ ਸਾਨੂੰ ਇਹ ਵੀ ਪਤਾ ਕਿ ਐਸਪਰੀਨ ਅਲਸਰ ਫਾਰਮੇਸ਼ਨ ਵੀ ਲੱਗਦੀ ਹੈ ਅਤੇ ਇੰਟਰਨਲ ਬਲੀਡਿੰਗ ਵੀ ਕਾਜ਼ ਕਰਦੀ ਹੈ। ਸੋ ਵਿਦ ਜਿਹੜਾ ਕਿ ਹੁਣ ਅਸੀਂ ਕਹਿੰਦੇ ਹਾਂ ਕਿ ਜੇ ਤੁਹਾਨੂੰ ਹਾਰਟ ਡਿਜ਼ੀਜ਼ ਹੈ, ਆਲਰੇਡੀ ਡਾਇਗਨੋਸਡ ਹੈ, ਸਪੈਸ਼ਲੀ ਇਸ਼ਕੀਮਿਕ ਹਾਰਟ ਡਿਜ਼ੀਜ਼ ਮੈਂ ਕਹਿ ਰਿਹਾ, ਔਰ ਨੰਬਰ 1 ਔਰ ਨੰਬਰ 2 ਜੇ ਤੁਹਾਨੂੰ ਸਟ੍ਰੋਕ ਹੋਇਆ, ਉਹਨਾਂ 2 ਪੇਸ਼ੈਂਟ ਪਾਪੂਲੇਸ਼ਨ 'ਚ ਤਾਂ ਡੈਫੀਨਿਟਲੀ ਤੁਹਾਨੂੰ ਐਸਪਰੀਨ ਲੈਣੀ ਰਿਕਮੈਂਡ ਕੀਤੀ ਜਾਂਦੀ ਹੈ। ਠੀਕ ਹੈ। ਬਾਕੀ ਅਗਰ ਤੁਹਾਨੂੰ ਨਹੀਂ ਉਹ ਚੀਜ਼ਾਂ ਹੈਗੀਆਂ, ਤੁਸੀਂ ਐਸਪਰੀਨ ਲੈਂਦੇ ਹੋ, ਆਪਣੇ ਬੈਨੀਫਿਟ ਹੋਏਗਾ ਪਰ ਨਾਲ ਰਿਸਕ ਵੀ ਹੈ। ਸੋ ਉਹ ਤੁਹਾਨੂੰ ਡਿਸਾਈਡ ਕਰਨਾ ਪੈਣਾ। ਜੇ ਤੁਹਾਨੂੰ ਕੋਈ ਸਟਮਕ ਦੇ ਇਸ਼ੂਜ਼ ਨੇ, ਬਲੀਡਿੰਗ ਹਿਸਟਰੀ ਹੈ, ਤਾਂ ਨੈਚੁਰਲੀ ਤੁਹਾਡਾ ਉਹ ਰਿਸਕ ਉਹ ਐਸਪਰੀਨ ਲੈਣਾ ਐਲੀਵੇਟ ਹੋਏਗਾ। ਠੀਕ ਹੈ। ਸਾਡੇ ਕੋਲ ਜਸਟ 30 ਸੈਕਿੰਡਸ ਨੇ। ਸੰਦੀਪ ਹੋਣਾ ਦੇ ਮੈਸੇਜ ਨੂੰ ਵੀ ਮੈਂ ਮਿਸ ਨਹੀਂ ਕਰਨਾ ਚਾਹੁੰਦੀ। ਕਹਿੰਦੇ ਕਿ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ, ਟੈਬਲੇਟ ਉਹ ਰੋਜ਼ ਲੈਂਦੇ ਆ, ਅਲਕੋਹਲ ਦਾ ਸੇਵਨ ਜਿਹੜਾ ਉਹ ਵੀਕਐਂਡ 'ਤੇ 2 ਪੈਗ ਲੈਂਦੇ ਆ ਅਤੇ ਉਹ 30 ml ਤੋਂ ਜ਼ਿਆਦਾ ਦਾ ਪੈਗ ਉਹਨਾਂ ਦਾ ਨਹੀਂ ਹੁੰਦਾ, ਕੀ ਕਹੋਗੇ? ਸੋ ਉਹਨਾਂ ਦਾ ਕੁਐਸਚਨ ਹੈ ਕਿ ਅਲਕੋਹਲ ਲੈ ਲੈਣੀ ਚਾਹੀਦੀ ਹੈ ਉਹਨਾਂ ਨੂੰ। ਇਹ ਕੁਐਸਚਨ ਉਹਨਾਂ ਦਾ ਇਹ ਹੈ ਕਿ ਮਤਲਬ ਦੇਖੋ
ਮੈਂ ਤਾਂ ਇਹ ਕਹਾਂਗਾ ਵੀ ਜੇ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਹੈ, ਐਕਸੈਸਿਵ ਡਰਿੰਕਿੰਗ ਨਹੀਂ ਕਰਦੇ, ਬਾਕੀ ਉਹਨਾਂ ਦੇ ਰਿਸਕ ਫੈਕਟਰਸ ਠੀਕ ਨੇ, ਕੋਈ ਜੇ ਉਹ 2 ਡਰਿੰਕ ਲੈਂਦੇ ਆ ਵੀਕ ਦੇ, ਤਾਂ ਮੈਂ ਸਾਇੰਟੀਫਿਕਲੀ ਉਸ ਚੀਜ਼ ਨੂੰ ਗਲਤ ਮੈਨੂੰ ਲੱਗਦਾ ਮੈਂ ਕਹਿ ਨਹੀਂ ਸਕਾਂਗਾ। ਰਾਈਟ ਡਾਕਟਰ ਦਿਓਲ, ਥੈਂਕ ਯੂ ਸੋ ਮਚ। ਆਮ ਗ੍ਰੇਟਫੁਲ ਤੁਸੀਂ ਸਾਡੇ ਨਾਲ ਆਏ। ਅਸੀਂ ਫਿਰ ਤੁਹਾਨੂੰ ਕਹਿਣਾ ਹੈ ਆਉਣ ਵਾਸਤੇ ਤਾਂ ਜੋ ਹੋਰ ਜਾਣਕਾਰੀ ਸਾਂਝੀ ਕੀਤੀ ਜਾ ਸਕੇ। ਥੈਂਕ ਯੂ ਗੁਰਪ੍ਰੀਤ, ਇਟ ਵਾਜ਼ ਮਾਈ ਪਲੈਜ਼ਰ। ਮੈਨੂੰ ਪਤਾ ਹੈ ਕਿ ਧਰਮ ਹੋਣੀ ਬਾਰ-ਬਾਰ ਬੜੀ ਕੋਸ਼ਿਸ਼ ਕਰਦੇ ਕਿ ਉਹਲੇ ਨਿਕਲਣਾ ਹਸਪੀਟਲ 'ਚੋਂ ਔਖਾ ਹੋ ਜਾਂਦਾ, ਪਰ ਇਟ ਵਾਜ਼ ਅ ਪਲੈਜ਼ਰ। ਹੋਪਫੁਲੀ ਕਿਸੇ ਨੂੰ ਇਸ ਜਾਣਕਾਰੀ ਨਾਲ ਜ਼ਰੂਰ ਫਾਇਦਾ ਹੋਇਆ ਹੋਵੇ। ਜੀ ਜ਼ਰੂਰ, ਥੈਂਕ ਯੂ। ਥੈਂਕ ਯੂ।